ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਗੁਰ ਕਰਤਾਰ, ਕੋਟਾਨ ਕੋਟਾਨ ਧੰਨਵਾਦ। ਜ਼ੂਮ ਦੇ ਰਾਹੀਂ ਜੁੜ ਬੈਠੀਆਂ ਗੁਰੂ ਦੀਆਂ ਪਰਮ ਸਤਿਕਾਰਯੋਗ ਪਿਆਰੀ ਸਾਧ ਸੰਗਤ ਜੀ ਦਾ ਗੁਰੂ ਮਹਾਰਾਜ ਨੇ ਅਪਾਰ ਸੇਵਾ ਬਖਸ਼ੀ। ਆਪ ਸਭ ਜੀ ਦਾ ਸਹਿਯੋਗ, ਰਲ ਮਿਲ ਕੇ ਵਿਚਾਰਾਂ ਵਿੱਚ ਜੁੜੇ ਹਾਂ। ਗੁਰੂ ਮਹਾਰਾਜ ਦੀ ਪਵਿੱਤਰ ਵਿਚਾਰਧਾਰਾ ਨਾਲ ਜੁੜਨ ਦਾ ਯਤਨ ਕਰ ਰਹੇ ਹਾਂ। ਬਾਰ-ਬਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਦੇ ਨੇ, ਸਾਨੂੰ ਪਰਮ ਪਿਤਾ ਪਰਮੇਸ਼ਵਰ ਨਾਲ ਮਿਲਾਉਂਦੇ ਨੇ। ਕਰਤਾਰ ਬਾਰੇ ਬਾਰ-ਬਾਰ ਸਾਡੀ ਵਾਕਫੀਅਤ ਕਰਾਉਂਦੇ ਨੇ, ਬਾਰ-ਬਾਰ ਸਾਨੂੰ ਸਮਝਾਉਂਦੇ ਨੇ। ਮਨੁੱਖਾ ਜਨਮ ਦਾ ਮਨੋਰਥ ਸਮਝਾਉਂਦੇ ਨੇ ਕਿ ਮਨੁੱਖ ਦਾ ਜਨਮ ਹੀ ਉਸ ਕਰਤਾਰ ਨਾਲ, ਸਿਰਜਣਹਾਰ ਨਾਲ ਮਿਲਾਪ ਦਾ ਇੱਕੋ ਇੱਕ ਵਸੀਲਾ ਹੈ। ਪਰ ਇਹ ਯਾਤਰਾ ਸਫਲੀ ਕੇਵਲ ਤੇ ਕੇਵਲ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਹੀ ਹੋ ਸਕਦੀ ਹੈ। ਗੁਰੂ ਦੀ ਦੱਸੇ ਹੋਏ ਰਾਹ, ਭਾਵ ਗੁਰੂ ਦੀ ਸਿੱਖਿਆ ਤੇ ਚੱਲ ਕੇ ਹੀ ਇਹ ਯਾਤਰਾ ਸਫਲੀ ਹੋ ਸਕਦੀ ਹੈ। ਭਾਵ ਪ੍ਰਭੂ ਦੀ ਕਿਰਪਾ ਦਾ ਪਾਤਰ ਕੇਵਲ ਗੁਣ ਗਾ ਕੇ, ਬੰਦਗੀ ਕਰਕੇ ਹੀ ਬਣਿਆ ਜਾ ਸਕਦਾ ਹੈ। ਇਹ ਵਿਸ਼ਾ ਪਿਛਲੇ ਹਫ਼ਤੇ ਤੋਂ ਆਰੰਭ ਕੀਤਾ। ਕਰਤਾਰ ਦੇ ਗੁਣ ਗਾਏ ਜਾ ਸਕਦੇ ਹਨ, ਪਰ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਾਰਾਵਾਰ ਨਹੀਂ ਲੱਭਿਆ ਜਾ ਸਕਦਾ। ਉਹ ਸਰਵ ਵਿਆਪਕ ਹੈ, ਅਸੀਂ ਦਰਸ਼ਨ ਕੀਤੇ। ਉਹ ਰਾਜ਼ਕ ਹੈ, ਸਭ ਨੂੰ ਰੋਜ਼ੀ ਦੇਣ ਵਾਲਾ ਹੈ, ਕਿਸੇ ਨੂੰ ਭੁੱਖਾ ਨਹੀਂ ਰੱਖਦਾ, ਸਭ ਦੀ ਪ੍ਰਤਿਪਾਲਨਾ ਕਰਨ ਵਾਲਾ ਹੈ, ਸਭ ਦੀ ਸੰਭਾਲ ਕਰਨ ਵਾਲਾ ਹੈ, ਸਭ ਦੀ ਸੰਭਾਲ ਮਾਪਿਓ ਦੀ ਤਰ੍ਹਾਂ ਕਰਨ ਵਾਲਾ ਹੈ। ਕੇਵਲ ਮਨੁੱਖ ਨੇ ਆਨੇ ਬਣ ਕੇ ਉਹਦੀ ਗੋਦ ਵਿੱਚ ਆਪਣੇ ਆਪ ਨੂੰ ਸਮਰਪਣ ਕਰਨਾ ਹੈ, ਪਰ ਉਹ ਵੀ ਉਹਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ। ਤੇ ਕਿਰਪਾ ਦਾ ਪਾਤਰ ਮਨੁੱਖ ਕੇਵਲ ਅਰਦਾਸ ਰਾਹੀਂ ਬਣ ਸਕਦਾ ਹੈ। ਪਿੱਛੇ ਗੱਲ ਹੋਈ ਸੀ। ਅੱਜ ਯਤਨ ਕਰਨਾ ਹੈ ਉਸ ਸਿਰਜਣਹਾਰ ਦੀ, ਅਕਾਲ ਪੁਰਖ ਦੀ ਸੋਝੀ ਲੈਣ ਦਾ, ਉਸ ਗੁਰੂ ਮਹਾਰਾਜ ਕੋਲੋਂ ਪੁੱਛ ਕੇ ਉਸ ਨਾਲ ਵਾਕਫੀਅਤ ਕਰਨ ਦੀ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ। ਡੂੰਘਾ ਵਿਸ਼ਾ ਹੈ। ਥੋੜੇ ਸਮੇਂ ਵਿੱਚ ਆਪਸ ਵਿੱਚ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਦਾਤ, ਇਲਾਹੀ ਉਪਦੇਸ਼ ਰਾਹੀਂ ਸਮਝਣ ਦਾ ਯਤਨ ਕਰਨਾ ਹੈ। ਮਿਲ ਕੇ ਮਨ ਬਿਰਤੀਆਂ ਨੂੰ ਉਸ ਪ੍ਰਭੂ ਨਾਲ ਜੋੜਨਾ ਹੈ। ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਬਾਰ-ਬਾਰ ਸਮਝਾਉਂਦੇ ਨੇ ਕਿ ਉਹ ਕਰਤਾਰ ਅਕਾਲ ਪੁਰਖ ਸਿਰਜਣਹਾਰ ਹੈ। ਉਹਨੇ ਆਪਣਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਆ। ਰੋਜ਼ ਅਸੀਂ ਦਰਸ਼ਨ ਕਰਦੇ ਹਾਂ। ਆਓ ਗੁਰੂ ਮਹਾਰਾਜ ਕੋਲ ਪੁੱਛ ਕੇ ਸਮਝਣ ਦਾ ਯਤਨ ਕਰਦੇ ਹਾਂ। ਗੁਜਰੀ ਕੀ ਵਾਰ ਮਹਿਲਾ ਤੀਜਾ, ਪਾਤਸ਼ਾਹੀ ਤੀਜਾ, ਤੀਜੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਦੇ ਨੇ, ਸਮਝਾਉਂਦੇ ਨੇ ਉਹ ਕਰਤਾਰ ਕੀ ਹੈ। ਕਹਿੰਦੇ ਨੇ ਆਪਣਾ ਆਪ ਉਪਾਇਓ, ਤਦੋਂ ਹੋਰ ਨਾ ਕੋਈ, ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ, ਤਦੋਂ ਆਕਾਸ਼ ਨਾ ਪਤਾਲ ਹੈ,
ना त्रैलोई, तदो आपे आप निरंकार है, ना उपत को। ज्यो तिस भावै तिवै करै, तिस बिन अवर न को। गुरु महाराज करतार दी होंद दा जिक्र करते, कहंदे ने वो अपने हुक्म में अटल है, ओदा हुक्म अटल। वो किसी तो कोई सलाह मशवरा नहीं करता। पहली पंक्ति विच ही कहता, अपना आप उपाया, आप ही ने आप साजो। उन्हें अपना प्रकाश आप दिता, किसी ने उन्होंने थापिया नहीं, किसी ने उन्होंने सिरजिया नहीं। ओदा प्रकाश अपने आप तो है, सहब स्वय प्रकाश। और ओदा प्रकाश तां होया जदों होर कुछ सी नहीं, कुछ नहीं सी होर। ਅਸੀਂ ਪੜ੍ਹਦੇ ਹਾਂ, ਨਰਬਦ ਨਰਬਦ ਧਨਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏਦਾ। ਉਹੀ ਗੱਲ ਗੁਰਪਿਤਾ ਸਾਨੂੰ ਸਮਝਾਉਂਦੇ ਨੇ। ਕਹਿੰਦੇ ਨੇ ਉਸ ਵਕਤ ਕੋਈ ਨਹੀਂ ਸੀ, ਕੁਛ ਨਹੀਂ ਸੀ। ਉਸ ਸਮੇਂ ਕੋਈ ਐਸੀ ਪਿੱਛੇ ਹੋਂਦ ਨਹੀਂ ਸੀ, ਕਿਸੇ ਚੀਜ਼ ਦੀ ਹੋਂਦ ਨਹੀਂ ਸੀ। ਫਿਰ ਜਦੋਂ ਉਹਨੇ ਆਪਣਾ ਪ੍ਰਕਾਸ਼ ਕੀਤਾ ਨਾਲ ਹੀ ਉਹ ਕਿਸੇ ਕੋਲੋਂ ਫਿਰ ਕੋਈ ਮਸ਼ਾ ਸਲਾਹ ਮਸ਼ਵਰਾ ਨਹੀਂ ਲੈਂਦਾ, ਮਤਾ ਮਸ਼ਵਰਤ ਆਪ ਕਰੇ। ਉਹ ਕਿਸੇ ਹੋਰ ਕੋਲੋਂ ਨਹੀਂ ਲੈਂਦਾ, ਉਹ ਖੁਦ ਦਾ ਐਡਵਾਈਜ਼ਰ ਖੁਦ ਹੀ ਰਿਹਾ। ਉਹ ਆਪਣੀ ਰਜ਼ਾ ਦੇ ਅਧੀਨ ਹੀ ਆਪਣਾ ਪ੍ਰਕਾਸ਼ ਕੀਤਾ, ਆਪਣੀ ਦੁਨੀਆ ਦਾ ਪ੍ਰਕਾਸ਼ ਕੀਤਾ। ਸਭ ਨੂੰ ਚਲਾਉਣ ਵਾਲਾ ਉਹ ਖੁਦ ਹੈ। ਉਹਨੂੰ ਕਿਸੇ ਦੀ ਐਡਵਾਈਸ ਦੀ ਲੋੜ ਨਹੀਂ, ਸਲਾਹ ਮਸ਼ਵਰੇ ਦੀ ਲੋੜ ਨਹੀਂ। ਉਸ ਆਪਣਾ ਸਲਾਹਕਾਰ ਵੀ ਆਪ, ਜੋ ਕਰੇ ਸੋ। ਤੇ ਕਰਤਾਰ ਦੀ ਸਿਰਜਣਾ ਦੀ ਗੱਲ ਹੋ ਰਹੀ ਹੈ ਕਿ ਉਹਦੀ ਸਿਰਜਣਾ ਕਿਸ ਤਰ੍ਹਾਂ, ਉਹਦੀ ਹੋਂਦ ਕੀ ਹੈ। ਉਹਦਾ ਹੋਂਦ ਦਾ ਪਾਰਾਵਾਰ ਕੋਈ ਨਹੀਂ ਲਾ ਸਕਦਾ। ਤਦੋਂ ਆਕਾਸ਼ ਨਾ ਪਾਤਾਲ ਹੈ, ਨਾ ਆਕਾਸ਼ ਸੀ ਨਾ ਕੁਛ ਸੀ। ਇੱਕ ਅੰਦਾਜ਼ਾ ਗੁਰੂ ਮਹਾਰਾਜ ਬਖਸ਼ਦੇ ਨੇ ਸਾਨੂੰ। ਕਹਿੰਦੇ ਜਿਹੜੇ ਤਿੰਨ ਲੋਕਾਂ ਦੀ ਗੱਲ ਹੁੰਦੀ ਉਹ ਵੀ ਨਹੀਂ ਸੀ, ਕੇਵਲ ਉਹ ਨਿਰੰਕਾਰ ਸੀ। ਕੋਈ ਹੋਰ ਉਪਤੀ ਨਹੀਂ ਸੀ, ਕੋਈ ਕਿਸੇ ਤਰਫ ਕੋਈ ਖਾਣੀਆਂ ਨਹੀਂ ਸਨ, ਕੋਈ ਹੋਰ ਜੀਵ ਦੀ ਉਤਪਤੀ ਨਹੀਂ ਸੀ, ਕੁਛ ਨਹੀਂ ਸੀ। ਕਹਿੰਦੇ ਜੋ ਤਿਸ ਭਾਵੈ ਤਿਵੈ ਕਰੇ, ਤਿਸ ਬਿਨ ਅਵਰ ਨਾ ਕੋਈ। ਕਿਉਂਕਿ ਉਹਦਾ ਆਪਣਾ ਹੁਕਮ ਹੈ। ਉਹ ਆਪਣੇ ਹੁਕਮ, ਆਪਣੀ ਰਜ਼ਾ ਵਿੱਚ ਚੱਲਣ ਵਾਲਾ ਆਪ ਹੀ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਹੈ। ਕਹਿੰਦੇ ਨੇ ਇਸੇ ਕੰਟੈਕਸਟ ਵਿੱਚ, ਕਹਿੰਦੇ ਨੇ ਆਪੇ ਜਗਤ ਉਪਾਇਣ। ਅਸੀਂ ਦਰਸ਼ਨ ਕਰ ਚੁੱਕੇ ਹਾਂ ਪਹਿਲੇ ਪੂਰੀ ਵਾਰ। ਕਰ ਪੂਰਾ ਥਾਟ, ਕਹਿੰਦੇ ਉਸ ਜਗਤ ਨੂੰ ਖੁਦ ਉਹਨੇ, ਪੂਰੇ ਜਗਤ ਨੂੰ ਰਚਿਆ ਤੇ ਫਿਰ ਉਸ ਤੇ ਪੂਰਾ ਆਪਣਾ ਥਾਟ ਕਰਕੇ ਭਾਵ ਖੁਦ ਉਹਦੇ ਵਿੱਚ ਇੱਕ ਰਸ ਵਿਆਪਕ ਹੋ ਗਿਆ। ਹੁਣ ਉਸ ਰਸ, ਉਸ ਵਿੱਚ ਉਹ ਆਪੇ ਹੀ ਸ਼ਾਹ ਹੈ, ਆਪੇ ਹੀ ਵੰਜਾਰਾ ਹੈ, ਭਾਵ ਆਪੇ ਹੀ ਸਾਹੂਕਾਰ ਹੈ, ਆਪੇ ਹੀ ਵਰਜ ਕਰਨ ਵਾਲਾ ਹੈ, ਆਪੇ ਹੀ ਹੱਟੀ ਹੈ। ਸਾਰੀਆਂ ਚੀਜ਼ਾਂ ਉਹਦੇ ਆਪ, ਸਭ ਵਿੱਚ ਆਪ ਉਹ ਖੁਦ ਵਸਦਾ ਹੈ। ਜ਼ਰਰੇ ਜ਼ਰਰੇ ਵਿੱਚ ਉਹ ਖੁਦ ਹੈ। ਆਪਣੀ ਸਿਰਜਣਾ ਉਹਨੇ ਸਭ ਵਿੱਚ ਕਰ ਦਿੱਤੀ। आपे ही सागर है, आपे ही बोईता है भावनाओं है, आपे ही मला है केवाट। संसार समुद्र ਨੂੰ ਤਾਰਨ ਲਈ ਮਲਾ ਦੀ ਲੋੜ ਹੋਈ। ਕਹਿੰਦੇ ਨੇ ਸਮੁੰਦਰ ਵੀ ਹੋਈ ਹੈ, ਤਰਨ ਲਈ ਜਿਹੜੀ ਕਸ਼ਤੀ ਹੈ ਉਹ ਵੀ ਹੋਈ ਹੈ, ਤੇ ਮਲਾ ਵੀ ਆਪ ਹੀ ਹੈ। ਗੁਰੂ ਵੀ ਆਪੇ ਹੈ, ਰਸਤਾ ਦੱਸਣ ਵਾਲਾ। ਗੁਰੂ ਕੌਣ ਹੈ? ਚਾਨਣ ਦੇਣ ਵਾਲਾ। ਤੇ ਚੇਲਾ ਵੀ ਆਪੇ ਹੈ, ਆਪੇ ਦੱਸੇ ਘਾਟ ਰਸਤਾ ਵੀ ਉਹੀ ਦੱਸਦਾ ਹੈ। ਬਸ ਇੱਕੋ ਤਰੀਕੇ ਨਾਲ ਇਹ ਗੱਲ ਬੁੱਝੀ ਜਾ ਸਕਦੀ ਹੈ, ਸਮਝ ਆ ਸਕਦੀ ਹੈ, ਉਹਦੀ ਪਛਾਣ ਹੋ ਸਕਦੀ ਹੈ, ਇਸ ਚੀਜ਼ ਦਾ ਅਹਿਸਾਸ ਹੋ ਸਕਦਾ ਹੈ। ਉਹ ਹੈ ਨਾਨਕ ਨਾਮ ਤੇ ਆਏ ਸਭ ਕਿਲਵਿਕ ਘਾਟ। ਕਿਲਵਿਕ ਕਿਹੜੇ? ਜਿਹੜੇ ਜੰਜਾਲ ਮਨੁੱਖ ਪਾ ਕੇ ਬੈਠਾ ਮਾਇਆ ਦੇ,
जिसका पड़दा ਉਹਦੇ ਅੱਗੇ ਪਿਆ, ਜਿਸ ਕਾਰਨ ਉਹਨੂੰ ਉਹ ਪ੍ਰਭੂ ਦੇ ਦਰਸ਼ਨ ਹੀ ਨਹੀਂ ਹੁੰਦੇ। ਉਹ ਕਹਿੰਦਾ ਪ੍ਰਭੂ ਹੈ ਕਿੱਥੇ? ਅੰਦਰ ਕਿਉਂ ਕਿੰਤੂ ਆਂਦਾ ਹੈ? ਉਹ ਕਿਉਂ ਕਿੰਤੂ ਕੇਵਲ ਤੇ ਕੇਵਲ ਮਾਇਆ ਦੇ ਮੋਹ ਵਿੱਚ ਆਉਂਦਾ ਹੈ। ਗੁਰੂ ਮਹਾਰਾਜ ਫੈਸਲਾ ਦਿੰਦੇ ਨੇ, ਜਨ ਨਾਨਕ ਨਾਮ ਧਿਆਏ, ਕੇਵਲ ਉਹਦੀ ਬੰਦਗੀ ਕਰ, ਕੇਵਲ ਉਹਦੇ ਗੁਣ ਗਾ, ਕੇਵਲ ਉਹਦੇ ਦਰਸ਼ਨ ਕਰਨ ਦੀ ਤਾਂਗ ਅੰਦਰ ਰੱਖ। ਬਿਰਹਾ ਅੰਦਰ ਹੋਣੀ ਚਾਹੀਦੀ ਹੈ, ਉਹ ਪਿਆਰ ਅੰਦਰ ਹੋਣਾ ਚਾਹੀਦਾ ਹੈ। ਤੈਨੂੰ ਹਰ ਜਗ੍ਹਾ ਉਹੀ ਨਜ਼ਰ ਆਏਗਾ। ਉਹ ਸਭ ਦੇ ਵਿੱਚ ਵਰਤਦਾ ਹੈ, ਪੂਰੇ ਜਗਤ ਵਿੱਚ ਉਹ ਵਰਤ ਰਿਹਾ ਹੈ। ਫਿਰ ਇਹ ਭੁਲੇਖੇ ਆਪੇ ਹੀ ਖਤਮ ਹੋ ਜਾਣ। ਇਹ ਭੁਲੇਖੇ ਆਪੇ ਹੀ ਖਤਮ ਹੋ ਗਏ, ਉਹਦੇ ਦਰਸ਼ਨ ਹੋ ਗਏ, ਹਰ ਇੱਕ ਵਿੱਚ ਉਹ ਨਜ਼ਰ ਆ ਗਿਆ। ਤੇ ਫਿਰ ਸਮਝ ਆਏਗਾ ਸਿਰਜਣਹਾਰ, ਪੈਦਾ ਕਰਨ ਵਾਲਾ ਵੀ ਹੋ, ਪ੍ਰਤੀਪਾਲਨ ਨਾ ਕਰਨ ਵਾਲਾ ਵੀ ਹੋ, ਸਭ ਵਿੱਚ ਵਿਚਰਨ ਵਾਲਾ ਵੀ ਹੋਈ, ਤੇ ਜਿਵਾਲਣ ਵਾਲਾ ਵੀ ਹੋਈ। ਫਿਰ ਨਾ ਕੋਈ ਭੈ, ਨਾ ਕੋਈ ਸਹਿਮ, ਨਾ ਕੋਈ द्वेष, कुछ नहीं। पर एको रास्ता है, नाम ते आए तो केवल अपने आप ਨੂੰ ਸਰੈਂਡਰ ਕਰ। ਨਾਮ ਧਿਆਨ ਦਾ ਕੀ ਮਤਲਬ? ਨਾਮ ਧਿਆਨ ਦਾ ਮਤਲਬ ਹੈ ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ ਵਿੱਚ, ਉਹਦੀ ਬੰਦਗੀ ਵਿੱਚ, ਉਹਦੇ ਘਰ ਦਾ ਬੰਦਾ ਬਣ ਕੇ। ਬੰਦਗੀ ਦਾ ਵੀ ਮਤਲਬ ਹੈ ਇਹ ਨਾ, ਉਹਦੇ ਘਰ ਦਾ ਬੰਦਾ ਹੋਏ, ਹੁਕਮ ਪਛਾਨੇ ਸੋਏ ਕੋ ਜਾਣੇ। ਨਾਮ ਧਿਆਨ ਦਾ ਮਤਲਬ ਹੀ ਹੁਕਮ ਪਛਾਣਾ ਹੈ। ਕਹਿੰਦੇ ਨੇ ਤਾਂ ਹੀ ਉਹਦੀ ਪਛਾਣ ਹੋਏਗੀ, ਨਹੀਂ ਤੇ ਆਮ ਤੌਰ ਤੇ ਅਸੀਂ ਉਹਦੀ ਕੁਦਰਤ ਦੇ ਹੀ ਆਸ-ਪਾਸ ਘੁੰਮਦੇ ਰਹਿੰਦੇ ਆ ਔਰ ਉਹਨੂੰ ਭੁੱਲੇ ਬੈਠੇ ਆ। ਕਹਿੰਦੇ ਨੇ ਕੁਦਰਤ ਦਾ ਬਾਦਸ਼ਾਹ ਹੈ ਉਹ ਸਿਰਜਣਹਾਰ, ਤੇ ਮਨੋ ਤਖਤ ਹੈ ਜੋ ਉਸਨੇ ਆਪਣੇ ਬੈਠਣ ਲਈ ਬਣਾਇਆ ਹੈ। ਕਰ ਪੂਰਾ ਠਾਠ। ਗੁਰੂ ਮਹਾਰਾਜ ਕਹਿੰਦੇ ਨੇ ਸੱਚੇ ਤਖਤ ਰਚਾਇਆ। ਰਾਮਕਲੀ ਕੀ ਬਾਤ, ਤੀਜੇ ਪਾਤਸ਼ਾਹ ਉਚਾਰਨ ਕੀਤੀ ਹੋਈ ਬਾਣੀ। पौड़ी सच्चे तख्त रचाया, सन को जाई, सब किछ आपे आप है, गुरु शब्द सुनाए। ये सोची कित्थों मिलनी है? जन नानक नाम ते आए, तो ये सोची मिलनी कित्थों है कि सब किछ आपे आप है, सब विचों वरतदा है। मानो बादशाह है, उन्हें अपना तख्त खुद बनाया है। कुदरत मानो ओदी अपनी ओदा तख्त है। ये जग सच्चे की है कोठड़ी, सच्चे का विश्वास। अपनी बैठक बनाई है, ये मिलना गुरु शब्द सुनाई, गुरु दी सिक्ख्या ते चल। ओदी सिरजना, पूरी कायनात, सारी सृष्टि, एक जिन्नी ओदी उस सिरजनहार दी सिरजना है, रचना है, पूरा जगत, पूरा ब्रह्मांड, जिदा अंत नहीं पाया जा सकता, ओदी सिरजना दा अंत नहीं पाया जा सकता। ਉਹ ਕਰਤਾਰ ਜ਼ਰੇ ਜ਼ਰੇ ਵਿੱਚ ਫਸਦਾ ਹੈ। ਸਰਵ ਵਿਆਪਕਤਾ ਦੀ ਗੱਲ ਕੀਤੀ। ਅੱਜ ਗੁਰੂ ਮਹਾਰਾਜ ਸਾਨੂੰ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਸਮਝਾ ਰਹੇ ਨੇ, ਕਹਿ ਰਹੇ ਨੇ ਸੱਚੇ ਤਖਤ ਰਚਾਇਆ, ਬੈਸਨ ਕੋ ਜਾਈ, ਸਭ ਕਿਛ ਆਪੇ ਆਪ ਹੈ, ਗੁਰ ਸ਼ਬਦ ਸੁਨਾਈ। ਆਪੇ ਕੁਦਰਤ ਸਾਜੀਅਨ, ਕਰ ਮਹਿਲ ਸਰਾਈ, ਚੰਦ ਸੂਰਜ ਦੋਏ ਚਾਨਨੋ, ਪੂਰੀ ਬਣਤ ਬਣਾਈ। ਕਹਿੰਦੇ ਨੇ ਚੰਦਰਮਾ ਤੇ ਸੂਰਜ ਨੂੰ ਇਸ ਤਖਤ ਨੂੰ ਚਾਨਣ ਦੇਣ ਲਈ ਉਹਨੇ ਆਪਣੇ ਹੁਕਮ ਵਿੱਚ ਸਾਜ ਦਿੱਤਾ। ਤੇ ਪੂਰੀ ਬੰਤਰ ਉਹਦੀ ਆਪਣੀ ਹੈ, ਪੂਰੇ ਜੋ ਦੇ ਆਪਣੇ ਨੇ, ਸਾਰੀਆਂ ਉਹਦੀਆਂ ਖੇਡਾਂ ਨੇ। ਤੇ ਪੂਰੀ ਕੁਦਰਤ ਸਾਜ ਕੇ ਵਿੱਚ ਬੈਠ ਕੇ ਉਹ ਸਾਰਾ ਤਮਾਸ਼ਾ ਦੇਖ ਰਿਹਾ। ਪਰ ਇਹ ਸਮਝ ਆਣਾ ਹੈ ਕਿ ਉਹ ਸਭ ਵਿੱਚ ਵਿਚਰਦਾ ਹੈ, ਸਭ ਕੁਝ ਕਰ ਰਿਹਾ ਹੈ, ਸਭ ਦੀ ਪ੍ਰਤਪਾਲਨਾ ਕਰ ਰਿਹਾ ਹੈ, ਸਭ ਨੂੰ ਵੇਖ ਰਿਹਾ ਹੈ, ਸਭ ਦੀ ਸੰਭਾਲ ਕਰ ਰਿਹਾ ਹੈ। ਸਮਝ ਆਣਾ ਹੈ ਸਭ ਕੁਝ ਆਪੇ ਆਪ ਹੈ, ਗੁਰ ਸ਼ਬਦ ਸੁਨਾਏ। ਆਪੇ ਵੇਖੇ, ਆਪ ਸੁਨੇ, ਆਪ ਗੁਰ ਸ਼ਬਦ ਤੇ ਆਏ। ਸਭ ਦੀਆਂ ਅਰਦਾਸਾਂ ਵੀ ਸੁਣ ਰਿਹਾ ਹੈ, ਸਭ ਨੂੰ ਦੇਖ ਵੀ ਰਿਹਾ ਹੈ, ਭਾਵ ਸਭ ਸੰਭਾਲ ਵੀ ਕਰ ਰਿਹਾ ਹੈ। ਅਸੀਂ ਕਹਿੰਦੇ ਨਾ ਕੋਈ ਕੰਮ ਉਸ ਤੋਂ ਓਲੇ ਕਰ ਲਈਏ, ਗੁਰੂ ਮਹਾਰਾਜ ਕਹਿੰਦੇ ਨੇ ਕੋਈ ਚਾਂਸ ਨਹੀਂ। ਉਹ ਵਿੱਚ ਹੀ ਵਿਚਰ ਰਿਹਾ, ਕਿੱਥੋਂ ਉਹ ਤੋਂ ਓਲੇ ਹੋ ਸਕਦੇ।
दुनिया दे बंदियां बशिंदियां कोलों ते ओले हो सकते हो, पर ओदे कोलों किथे ओले होगे। पिछे गल आई सी एक बारी मुर्गी वाली कहानी पीर जी ने सुनाई थी, ओदे कोलों ओले नहीं हो सकते। आपे वेख्या सुने आप, ਉਹ ਸਭ ਨੂੰ ਵੇਖ ਰਿਹਾ, ਸਭ ਦੀ ਸੰਭਾਲ ਕਰ ਰਿਹਾ, ਸਭ ਦੀ ਅਰਦਾਸਾਂ ਸੁਣ ਰਿਹਾ। ਪਰ ਗੁਰ ਸ਼ਬਦ ਤੇ ਆਈ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੀ ਸਿੱਖਿਆ ਦੇ ਰਾਹੀਂ ਉਹਨੂੰ ਮਨ ਵਿੱਚ ਵਸਾਓ ਤਾਂ ਸਮਝ ਆਣਾ ਹੈ। ਧਿਆਨ ਦਾ ਮਤਲਬ ਹੀ ਮਨ ਵਿੱਚ ਵਸਾਣਾ ਹੈ, ਚਿੱਤ ਵਿੱਚ ਵਸਾਣਾ ਹੈ। ਧਿਆਨਾ ਕੋਈ ਇੱਕ ਅੱਖਰ ਦੀ ਰਟਨੀ ਨਹੀਂ ਹੈ। ਧਿਆਨਾ ਮਾਫੀ ਚਾਹਨਾ ਕੇਵਲ ਬਾਣੀ ਪੜਨੀ ਨਹੀਂ, ਬਾਣੀ ਇੱਕ ਪਹਿਲਾ ਸਟੈਪ ਹੈ ਜਿਹਨੂੰ ਪੜ ਕੇ ਬਾਣੀ ਅਭਿਆਸ ਦੇ ਰਾਹੀਂ ਸਾਨੂੰ ਸਮਝ ਆਉਂਦਾ ਹੈ, ਸਾਡੇ ਅੰਦਰ ਘਰ ਕਰਦਾ ਹੈ। ਸਟੈਪ ਬਾय ਸਟੈਪ ਤਦੀ ਪੌੜੀਆਂ ਵਿੱਚ ਬਾਣੀ ਹੈ ਨਾ ਪੂਰੀ ਬਾਣੀ। ਉਹਨੇ ਵੀ ਪੌੜੀ ਦੀ ਗੱਲ ਕਰ ਰਹੇ, ਪੌੜੀਆਂ ਦਾ ਮਤਲਬ ਕੀ ਹੈ? ਸਟੈਪ ਬਾय ਸਟੈਪ ਲੈਡਰ ਹੈ ਕਰਤਾਰ ਨਾਲ ਵਾਕਫੀਅਤ ਕਰਨ ਦੀ, ਉਹਦੇ ਨਾਲ ਮਿਲਾਪ ਕਰਨ ਦੀ। ਪੌੜੀਆਂ ਨੇ, ਪੌੜੀ ਬਾਏ ਪੌੜੀ ਗੁਰੂ ਸਾਹਿਬਾਨ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਸਾਨੂੰ ਸਮਝਾਇਆ। ਕੋਈ ਗੁਰੂ ਦੀ ਸਿੱਖਿਆ ਦੇ ਰਾਹੀਂ, ਗੁਰੂ ਸ਼ਬਦ ਦੇ ਰਾਹੀਂ ਉਹ ਮਨ ਵਿੱਚ ਵਸਦਾ ਹੈ, ਤਾਂ ਇਹ ਗੱਲ ਸਮਝ ਆ ਜਾਂਦੀ ਹੈ, ਸਭ ਕੁਛ ਆਪੇ ਆਪ ਹੈ। ਗੁਰ ਸ਼ਬਦ ਸੁਣਾਈ। इसी कंटेक्स्ट ਵਿੱਚ ਅੱਗੇ ਕਹਿੰਦੇ ਨੇ ਰਾਤ ਸੋਰਠ ਵਾਰ ਮਹਿਲੇ ਚੌਥੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ ਤੁਧ ਆਪੇ ਜਗਤ ਉਪਾਏ ਕੇ ਆਪ ਖੇਲ ਰਚਾਇਆ। ਇਹ ਬਾਰ-ਬਾਰ ਸਾਨੂੰ ਪਾਣੀ ਵਿੱਚ ਦ੍ਰਿੜ ਕੀਤਾ ਹੈ, ਬਾਰ-ਬਾਰ ਦ੍ਰਿੜ ਕਰਾਇਆ ਹੈ। ਕੇਵਲ ਪ੍ਰੇਰਨਾ ਹੀ ਨਹੀਂ ਬਖਸ਼ੀ, ਸਾਨੂੰ ਬਾਰ-ਬਾਰ ਯਾਦ ਦਿਲਾਇਆ, ਬਾਰ-ਬਾਰ ਦ੍ਰਿੜ ਕਰਾਇਆ, ਸਾਨੂੰ ਬਾਰ-ਬਾਰ ਸਮਝਾਇਆ ਕਿ ਭੁਲੇਖੇ ਵਿੱਚ ਨਹੀਂ ਆਣਾ। ਇਹ ਜਗਤ ਉਸ ਕਰਤਾਰ ਦਾ ਹੈ, ਸੱਚੇ ਕੀ ਹੈ ਕੋਠੜੀ ਤੇ ਸੱਚੇ का ही विश्वास है। बार बार दृढ़ कराया। फिर दुई कुदरत साज, फिर इत्थे भी कहंदे ने त्रै गुण आप सिरजिया। माया दा भी प्रकाश उन्हें किया, माया मोह ਵਧਾਇਆ। ਇਹ ਵੀ ਉਹਦੀ ਹੀ ਚੋਚਕ, ਉਹਦੇ ਹੀ ਚੋਜ ਹੈਗੇ ਨੇ, ਉਹਦੇ ਹੀ ਖੇਡਾਂ ਨੇ, ਉਹਦੇ ਹੀ ਕੋਤਕ ਨੇ। ਕਿਸੇ ਨੂੰ ਉਹਨੇ ਆਪਣੇ ਨਾਲ ਮਿਲਾ ਲਿਆ ਤੇ ਕਿਸੇ ਨੂੰ ਭਟਕਣਾ ਵਿੱਚ ਪਾ ਦਿੱਤਾ। ਪਾਨੇ ਉਜੜ ਪਾਨੇ ਰਾਹ ਵਿੱਚ ਹੋਮੇ ਲੇਖਾ ਮੰਗੀਏ ਫਿਰ ਆਵੇ ਜਾਏ। क्यों क्यों ये हो रहा है? माया मोह किस तरह वध रहा है? विच होमे लेखा, क्योंकि जो मनुख दे उपर जड़ा मनुख दे मन दे उत्ते जड़ा होमे दा पड़दा पिया होया है, ਉਹ ਉਹਨੂੰ ਉਹਦੀ ਪਛਾਣ ਨਹੀਂ ਕਰਨ ਦੇਗਾ। ਉਹ ਮਾਇਆ ਦੇ ਰਸਕਸ ਵਿੱਚ ਉਹਨੂੰ ਉਲਝਾ ਕੇ ਬੈਠਾ ਹੋਇਆ ਹੈ, ਮਾਇਆ ਦੀ ਚਮਕ ਦਮਕ ਵਿੱਚ ਉਹਨੂੰ ਉਲਝਾ ਕੇ ਬੈਠਾ ਹੈ। ਉਸ ਹੋਮੇ ਦੀ ਬਦੌਲਤ, ਉਸ ਹੋਮੇ ਦੇ ਪੱਟੇ ਪੈ ਕੇ ਉਹ ਆਪਣੇ ਅਸਲੇ ਨੂੰ ਭੁੱਲ ਬੈਠਾ ਹੈ। ਤੇ ਫਿਰ ਉਹੀ ਸਜ਼ਾ ਭੁਗਤਦਾ ਹੈ, ਫਟਕਾਰੀ ਆ ਜਾਂਦਾ ਹੈ, ਸ਼ਰਮਿੰਦਗੀ ਉਠਾਉਂਦਾ ਹੈ, ਜਨਮ ਮਰਨ ਦੇ ਗੇੜ ਵਿੱਚ ਆਉਂਦਾ ਹੈ, ਤੇ ਲੇਖਾ ਮੰਗਿਆ ਜਾਂਦਾ ਹੈ। ਪਰ ਇਹ ਵੀ ਉਹਦੀ ਖੇਡ ਹੈ, ਮਾਇਆ ਵੀ ਕਿਸੇ ਹੋਰ ਨੇ ਨਹੀਂ ਬਣਾਈ, ਮਾਇਆ ਵੀ ਉਹਦੀ ਦਾਸੀ ਹੈ, ਉਸਨੇ ਹੀ ਉਹਨੂੰ ਸਿਰਜਿਆ। ਪਹਿਲੇ ਉਹਨੇ ਆਪਣਾ ਪ੍ਰਕਾਸ਼ ਆਪਣੇ ਆਪ ਤੋਂ ਕੀਤਾ, ਫਿਰ ਉਹਨੇ ਮਾਇਆ ਦੀ ਕੁਦਰਤ ਸਾਜੀ, ਫਿਰ ਦੂਜੀ ਕੁਦਰਤ ਸਾਜੀ ਜਿਹਨੂੰ ਮਾਇਆ ਦਾ ਨਾਮ ਦਿੱਤਾ। ਇਹ ਕੁਦਰਤ ਦੇ ਵਿੱਚ ਮਾਇਆ ਮੋਹ ਵਧਾਇਆ। ਤੇ ਜਿਹੜੇ ਹੋਮੇ ਦੇ ਸ਼ਿਕਾਰ ਹੋ ਗਏ, ਜਿਹੜੇ ਹੋਮੇ ਦੇ ਪੱਟੇ ਪੈ ਗਏ, ਉਹ ਜਾ ਕੇ ਉਸ ਮਾਇਆ ਦੇ ਮੋਹ ਵਿੱਚ ਫਸ ਗਏ। ਫਿਰ ਗੱਲ ਹੋਈ ਹੋ ਗਈ, ਲਿਵ ਛੁੜਕੀ ਲੱਗੀ, ਕ੍ਰਿਸ਼ਨਾ ਮਾਇਆ ਅਮਰ ਵਰਤਾਇਆ। ਫਿਰ ਉਹ ਮਾਇਆ ਦੇ ਜਾਲ ਵਿੱਚ ਫਸ ਗਏ। ਪਰ ਜਿਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ। ਪਰ ਜਿਨ੍ਹਾਂ ਨੂੰ ਕਰਤਾਰ ਦੀ ਕਿਰਪਾ ਸਦਕਾ, ਉਹਦੀ ਮਿਹਰ ਦੀ ਕਿਰਪਾ ਸਦਕਾ ਸਤਿਗੁਰੂ ਮਿਲ ਗਿਆ, ਜਿਨ੍ਹਾਂ ਨੂੰ ਸਤਿਗੁਰ ਦੀ ਦਾਤ ਮਿਲ ਗਈ, ਉਹਨਾਂ ਨੂੰ ਇਹ ਸਮਝ ਆ ਗਈ, ਸਤਿਗੁਰ ਦੀ ਸ਼ਰਨ ਵਿੱਚ ਆ ਕੇ ਇਹ ਆਪ ਹੀ ਸਮਝ ਆ ਗਈ। ਜਿਨ੍ਹਾਂ ਹਰ ਆਪ ਕਿਰਪਾ ਕਰ, ਜਿਸ ਤੇ ਉਹ ਆਪ ਕਿਰਪਾ ਕਰਦਾ ਸੇ ਗੁਰ ਸਮਝਾਇਆ। ਉਹਨੂੰ ਗੁਰੂ ਦੀ ਦਾਤ ਮਿਲ ਗਈ ਤੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਕੇ
ਉਹਨਾਂ ਨੇ ਆਪਣਾ ਜੀਵਨ ਸਵਾਰ ਲਿਆ। ਉਹਨਾਂ ਨੇ ਇਸ ਹਉਮੈ ਨੂੰ ਵੀ ਤਜ ਦਿੱਤਾ। ਉਹਨਾਂ ਨੇ ਇਸ ਹਉਮੈ ਤੋਂ ਵੀ ਛੁਟਕਾਰਾ ਪਾ ਲਿਆ। ਤੇ ਜਿੱਥੇ ਹਉਮੈ ਨਹੀਂ, ਉੱਥੇ ਕਰਤਾਰ ਆਪੇ ਦੱਸਣ ਲੱਗ ਪਿਆ। ਕਹਿੰਦੇ ਨੇ ਬਲਿਹਾਰੀ, ਉਹ ਤੰਤਾ ਦੇ ਯੋਗ ਨੇ, ਬਲਿਹਾਰੀ ਗੁਰੂ ਆਪ ਸਦਾ ਸਦਾ ਘੁਮਾਇਆ। ਮੈਂ ਉਸ ਗੁਰੂ ਦੇ, ਗੁਰੂ ਮਹਾਰਾਜ ਕਹਿੰਦੇ ਨੇ, ਮੈਂ ਉਸ ਗੁਰੂ ਦੇ ਸਦਕੇ ਜਾਨਾ ਵਾਂ, ਬਲਿਹਾਰ ਜਾਨਾ ਵਾਂ, ਜਿਨੇ ਮੈਨੂੰ ਇਹ ਸੋਚੀ ਪਾ ਦਿੱਤੀ। ਪਰ ਹੋਇਆ ਕਦੋਂ? ਜਿਨ੍ਹਾਂ ਹਰ ਆਪ ਕਿਰਪਾ ਕਰ, ਜਿੱਥੇ ਉਹਦੀ ਕਿਰਪਾ ਆਪੇ ਹੋ ਗਈ, ਜਿਹਦੇ ਉੱਤੇ ਬਖਸ਼ਿਸ਼ ਹੋ ਗਈ। ਹੁਣ ਬਖਸ਼ਿਸ਼ ਦੀ ਗੱਲ ਬੜੀ ਵਾਰੀ ਹੋਈ, ਬੜੀ ਵਾਰੀ ਇਹ ਐਗਜ਼ਾਮਪਲ ਵੀ ਦਿੱਤੀ ਗਈ, ਮਿਸਾਲ ਲੈ ਕੇ ਗੱਲ ਕੀਤੀ। ਪਿੱਛੇ ਵੀ ਵੀਰ ਜੀ ਨੇ ਸਮਝਾਇਆ ਸੀ ਕਿ ਭਾਂਡਾ ਸਿੱਧਾ, ਬਰਸਾਤ ਹਰ ਜਗ੍ਹਾ ਹੁੰਦੀ ਹੈ, ਪਰ ਬਰਸਾਤ ਜੇ ਹੋ ਰਹੀ ਹੈ ਹਰ ਤਰ੍ਹਾਂ, ਤੇ ਜਿਹੜੇ ਭਾਂਡੇ ਸਿੱਧੇ ਨੇ ਭਰਨਗੇ ਹੋਈ, ਜਿਹੜੇ ਮੁੰਦੇ ਪਏ ਨੇ ਉਹ ਨਹੀਂ ਭਰ ਸਕਦੇ। ਤੇ ਭਾਂਡੇ ਨੂੰ ਸਿੱਧਾ ਕਰਨਾ ਹੀ ਪੈਣਾ, ਉਹ ਹੈ ਉਦਮ। ਜੇ ਉਦਮ ਕਰਕੇ ਭਾਂਡਾ ਸਿੱਧਾ ਕੀਤਾ ਜਾਏਗਾ, ਜੋਦੜੀ ਕੀਤੀ ਜਾਏਗੀ, ਤੇ ਭਾਂਡਾ ਸ਼ਾਇਦ ਭਰ ਵੀ ਜਾਏ। ਪਰ ਜੇ ਮੁੰਦਾ ਹੀ ਟਿਕਿਆ ਰਹੇਗਾ, ਫਿਰ ਕਿੱਥੋਂ ਭਰਿਆ ਜਾਣਾ? ਇਸ ਤਰ੍ਹਾਂ ਹੀ ਬਖਸ਼ਿਸ਼ ਹੈ। ਬਖਸ਼ਿਸ਼ ਹਰ ਤਰਫ ਹੈ, ਉਹਦੀ ਨਜ਼ਰ ਹਰ ਤਰਫ ਹੈ, ਹਰ ਤਰਫ ਉਹ ਸਭ ਦੀ ਸੰਭਾਲ ਕਰ ਰਿਹਾ ਹੈ, ਜ਼ਰਰੇ ਜ਼ਰਰੇ ਵਿੱਚ ਦੇਖ ਰਿਹਾ ਹੈ, ਵਰਤ ਰਿਹਾ ਹੈ, ਵਿਚਰ ਰਿਹਾ ਹੈ। ਪਰ ਸਾਨੂੰ ਪਛਾਣ ਨਹੀਂ ਹੁੰਦੀ, ਕਿਉਂਕਿ ਹਉਮੈ ਸਾਡੇ ਗੱਲ ਪਈ ਹੋਈ ਹੈ। ਅਸੀਂ ਹਉਮੈ ਦੇ ਸ਼ਿਕਾਰ ਹਾਂ, ਪਰ ਹਉਮੈ ਦੇ ਸ਼ਿਕਾਰ ਹੋ ਕੇ ਮਾਇਆ ਦਾ ਮੋਹ ਵੱਧਦਾ ਜਾ ਰਿਹਾ, ਜਿਸ ਕਾਰਨ ਉਸ ਤੋਂ ਦੂਰ ਹੋ ਗਏ ਤੇ ਭਾਂਡਾ ਮੁੰਦਾ ਦਾ ਮੁੰਦਾ ਰਹਿ ਗਿਆ। ਮੁੰਦਾ ਰਹਿ ਗਿਆ ਤੇ ਫਿਰ ਉਹਦੇ ਨਾਲ ਪਿਆਰ ਨਹੀਂ ਬਣਿਆ, ਬਖਸ਼ਿਸ਼ ਦਾ ਪਾਤਰ ਨਹੀਂ ਬਣ ਪਾਏ, ਗੁਰੂ ਦੀ ਸਮਝ ਨਹੀਂ ਆਈ, ਗੁਰੂ ਦੀ ਦੱਸੀ ਹੋਈ ਰਾਹ ਦੀ ਸਮਝ ਨਹੀਂ ਆਈ। ਤੇ ਗੁਰੂ ਮਹਾਰਾਜ ਕਹਿੰਦੇ ਨੇ, ਪਰ ਜਿਨ੍ਹਾਂ ਤੇ ਕਿਰਪਾ ਹੋ ਗਈ, ਜਿਨ੍ਹਾਂ ਨੇ ਸਿੱਧਾ ਕੀਤਾ, ਜਿਹੜੇ ਉਹਦੇ ਘਰ ਦੇ ਅਰਦਾਸੀਏ ਬਣ ਗਏ, ਉਹਨਾਂ ਨੂੰ ਸੱਚਾ ਗੁਰੂ ਮਿਲ ਗਿਆ। ਤੇ ਗੁਰੂ ਨੇ ਉਹਨਾਂ ਦੀ ਜਿਹੜੀ ਇਹ ਜੀਵਨ ਸੀ ਉਹ ਸਫਲਾ ਕਰ ਦਿੱਤਾ, ਭਾਵ ਉਹਨਾਂ ਦਾ ਮਨੋਰਥ ਪੂਰਾ ਹੋ ਗਿਆ। ਕਿਉਂਕਿ ਜਗਤ ਦੀ ਖੇਡ ਕਰਤਾਰ ਨੇ ਆਪ ਬਣਾਈ। ਧਿਆਨ ਰੱਖਣ ਦੀ ਲੋੜ ਹੈ। ਹੁਣ ਇੱਥੇ ਅੱਗੇ ਗੁਰੂ ਸਾਹਿਬ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਕੁਝ ਐਗਜ਼ਾਮਪਲ ਲੈ ਕੇ ਬਾਰੇ ਹੋਰ ਚਾਨਣ ਦਿੰਦੇ ਨੇ। ਸੋਹੀ ਰਾਗ ਵਿੱਚ ਪੰਜਮ ਪਿਤਾ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, सांग उतार थम्यो पासारा, तब एको एकंकारा, कमन रूप दृष्टियो बिनसायो, कते गयो वो कत गया। ਕਰਤਾਰ ਦੀ ਗੱਲ ਕਰਦਿਆਂ ਹੋਇਆ ਬਖਸ਼ਿਸ਼ ਕਰਦੇ ਨੇ, ਸਮਝਾਉਂਦੇ ਨੇ। ਕਹਿੰਦੇ ਨੇ, ਰਾਹ ਦੇ ਬੰਦੇ ਰਹੇ, ਕਹਿੰਦੇ ਨੇ ਪਰਮਾਤਮਾ ਦੇ ਕਰਤਾਰ ਦੇ ਅਨੇਕਾਂ ਰੂਪ ਦਿਸਦੇ ਨੇ, ਅਨੇਕਾਂ ਰੂਪ ਦਿਸਦੇ ਨੇ। ਕਵਨ ਰੂਪ ਦ੍ਰਿਸ਼ਟਿਓ ਬਿਨ ਸਾਇਓ, ਤੇ ਅਨੇਕਾਂ ਰੂਪ ਨਾਸ਼ ਵੀ ਹੋ ਜਾਂਦੇ ਨੇ। ਕਹਿੰਦੇ ਨੇ ਉਹ ਕਈ ਹਰ ਜਗ੍ਹਾ ਵਿਚਰ ਰਹੇ। ਕਹਿੰਦੇ ਜਿੱਥੇ ਉਹ ਵਿਚਰ ਰਿਹਾ, ਉਹਦੇ ਚ ਕਈ ਰੂਪ ਉਹਦੇ ਦਿਸਦੇ ਨੇ, ਤੇ ਕਈ ਰੂਪ ਉਹਦੇ ਨਾਸ਼ ਵੀ ਹੋ ਜਾਂਦੇ ਨੇ। ਪਰ ਇਹ ਕੋਈ ਵੀ ਅੰਦਾਜ਼ਾ ਵੀ ਨਹੀਂ ਲਗਾ ਸਕਦਾ, ਕੋਈ ਇਹ ਦੱਸ ਹੀ ਨਹੀਂ ਸਕਦਾ ਕਿ ਉਹ ਕਿੱਥੋਂ ਆਇਆ ਸੀ ਤੇ ਕਿੱਥੇ ਚਲਾ ਗਿਆ। ਕਤੇ ਗਇਓ ਉਹ ਕਤ ਤੇ ਆਇਓ, ਭਾਵ ਉਹਦੀ ਸਿਰਜਣਾ ਦੀ, ਉਹਦੀ ਪੂਰੀ ਸਿਰਜਣਾ ਦੀ, ਉਹਦੀ ਕਾਇਨਾਤ ਦੀ, ਉਹਦੀ ਆਪਣੀ ਕੋਈ ਹੋਂਦ ਬਾਰੇ ਕੋਈ ਅੰਦਾਜ਼ਾ ਨਹੀਂ ਦੇ ਸਕਦਾ, ਅੰਦਾਜ਼ਾ ਵੀ ਨਹੀਂ ਦੇ ਸਕਦਾ। ਬਾਕੀ ਤੇ ਦੂਰ ਦੀ ਗੱਲ ਹੈ, ਕੋਈ ਅੰਤ ਨਹੀਂ ਪਾ ਸਕਦਾ ਕਿ ਉਹਦੀ ਸ੍ਰਿਸ਼ਟੀ ਵਿੱਚ ਕਿੰਨਾ ਪਸਾਰਾ ਹੋਇਆ, ਕਿੰਨਾ ਉੱਥੇ ਕਿੰਨਾ ਨਾਸ਼ ਹੋਇਆ, ਕਿਸੇ ਨੂੰ ਨਹੀਂ ਪਤਾ, ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਤੇ ਨਾਲ ਹੀ ਫਿਰ ਕਹਿੰਦੇ ਨੇ, ਬਾਜ਼ੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਕਹਿੰਦੇ ਨੇ ਜਿਵੇਂ ਕਿਸੇ ਬਾਜ਼ੀਗਰ ਨੇ ਕੋਈ ਬਾਜ਼ੀ ਵਿਖਾਣੀ ਹੁੰਦੀ ਹੈ, ਉਹ ਕਈ ਕਿਸਮਾਂ ਦੇ ਰੂਪ ਭੇਖ ਦਿਖਾਉਂਦਾ, ਕਈ ਕਿਸਮਾਂ ਦੇ ਸਵਾਂਗ ਰਚਦਾ, ਰੋਲ ਅਦਾ ਕਰਦਾ। ਕਹਿੰਦੇ ਪਰਮਾਤਮਾ ਨੇ ਇਸ ਤਰ੍ਹਾਂ ਹੀ ਇਹ ਜਗਤ ਤਮਾਸ਼ਾ ਰਚਿਆ। ਇਸ ਵਿੱਚ
ਅਨੇਕਾਂ ਰੂਪ ਭੇਖ ਉਹ ਵਿਖਾ ਰਿਹਾ, ਕਈਆਂ ਦੇ ਅਲੱਗ-ਅਲੱਗ ਭੇਖ, ਅਲੱਗ-ਅਲੱਗ ਰੋਲ ਡਾਇਰੈਕਟ ਕਰ ਰਿਹਾ। ਸਭ ਕਠਪੁਤਲੀ ਨੇ ਪਿੱਛੇ ਗੱਲ ਹੋਈ ਸੀ ਨਾ ਕਿ ਸਾਰਾ ਖੇਡ ਤਮਾਸ਼ਾ ਉਹਦੇ ਵਿੱਚ ਸਾਰੇ ਕਠਪੁਤਲੀਆਂ ਦੀ ਤਰ੍ਹਾਂ ਅਸੀਂ ਚੱਲ ਰਹੇ ਹਾਂ। ਸਿਰਜਣਾ ਉਹਦੀ ਹੈ, ਉਹ ਸਿਰਜਣਹਾਰ ਹੈ। ਪਿੱਛੇ ਗੱਲ ਆਈ, ਉਹ ਕਿਸੇ ਕੋਲੋਂ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ। ਉਹਨੇ ਸਭ ਦੇ ਰੋਲ ਤਿਆਰ ਕੀਤੇ ਹੋਏ ਨੇ, ਸਭ ਨੂੰ ਡਾਇਰੈਕਟ ਉਹ ਕਰ ਰਿਹਾ ਹੈ, ਸਭ ਨੂੰ ਚਲਾ ਹੋ ਰਿਹਾ ਹੈ, ਸਭ ਦੀ ਸਟ੍ਰਿੰਗਸ ਉਹਦੇ ਹੱਥ ਵਿੱਚ ਨੇ, ਜਿਸ ਤਰ੍ਹਾਂ ਕਠਪੁਤਲੀ ਦੀ ਸਟ੍ਰਿੰਗਸ ਨੇ। ਅਨੇਕ ਰੰਗ ਉਹ ਦਿਖਾ ਰਿਹਾ। ਕਹਿੰਦੇ ਨੇ ਪ੍ਰਭੂ ਜਦੋਂ ਆਪਣਾ ਇਹ ਸਾਂਗ ਉਤਾਰ ਥੰਮਿਓ ਪਸਾਰਾ, ਕਹਿੰਦੇ ਜਿੱਥੇ ਉਹ ਆਪਣੀ ਅਸਲ ਸ਼ਕਲ, ਨਕਲ ਸ਼ਕਲ ਨੂੰ ਹਟਾ ਲੈਂਦਾ, ਇਹ ਖਿਲਾਰਾ ਉੱਥੇ ਹੀ ਰੁਕ ਜਾਂਦਾ। ਤਬ ਇੱਕੋ ਇੱਕ ਅੰਕਾਰਾ, ਤਦੋਂ ਇਕੱਲਾ ਹੀ ਰਹਿ ਜਾਂਦਾ, ਤਦੋਂ ਇਕੱਲਾ ਹੀ ਉਹ ਇੱਕ ਅੰਕਾਰ, ਉਹ ਨਿਰੰਕਾਰ, ਉਹ ਆਪ ਹੀ ਆਪ ਰਹਿ ਜਾਂਦਾ। ਜਿਸ ਤਰ੍ਹਾਂ ਗੱਲ ਕੀਤੀ ਕਵਨ ਰੂਪ ਦ੍ਰਿਸ਼ਟਿਓ ਬਿਨ ਸਾਇਓ ਰਹੋ ਦੇ ਬੰਦ ਵਿੱਚ, ਉਹੀ ਗੱਲ ਗੁਰੂ ਮਹਾਰਾਜ ਨੇ ਸਾਨੂੰ ਸਮਝਾਈ। ਕਹਿੰਦੇ ਜਿਸ ਤਰ੍ਹਾਂ ਬਾਜ਼ੀਗਰ ਆਪਣੇ ਬਾਜ਼ ਕਈ ਭੇਖ ਬਣਾ ਕੇ ਕਈ ਰੋਲ ਅਦਾ ਕਰਵਾਉਂਦਾ ਹੈ, ਉਸ ਤਰ੍ਹਾਂ ਹੀ ਇਹ ਉਹਦਾ ਪਸਾਰਾ ਹੈ, ਇਸ ਤਰ੍ਹਾਂ ਹੀ ਉਹਦਾ ਸਾਰਾ ਦਾ ਸਾਰਾ ਖੇਡ ਤਮਾਸ਼ਾ ਹੈ। ਪਰ ਜਿਸ ਤਰ੍ਹਾਂ ਹੀ ਉਹ ਇਹ ਸਵਾਂਗ, ਇਹ ਜਿੰਨੇ ਨਕਲੀ ਸਵਾਂਗ ਨੇ, ਜਿੱਥੇ ਰੋਕਦਾ ਉੱਥੇ ਉਹਦਾ ਕੇਵਲ ਆਪਣਾ ਅੰਸ਼ ਹੀ ਰਹਿ ਜਾਂਦਾ ਹੈ, ਭਾਵ ਫਿਰ ਉਸੇ ਅੰਸ਼, ਉਹਦਾ ਅੰਸ਼ ਆਪਣੇ ਆਪ ਉਹਦੇ ਵਿੱਚ ਹੀ ਮਿਲਦਾ ਹੈ। ਫਿਰ ਉਸ ਤੋਂ ਬਾਅਦ ਕੁਝ ਨਹੀਂ ਹੈ, ਉਹ ਇਕੱਲਾ ਆਪ ਹੀ ਹੈ। ਹੁਣ ਅੱਗੇ ਇਸੇ ਸ਼ਬਦ ਦੇ ਰਾਹੀਂ ਗੁਰੂ ਮਹਾਰਾਜ ਸਾਨੂੰ ਹੋਰ ਕਲੈਰਿਟੀ ਦਿੰਦੇ ਨੇ। ਕਹਿੰਦੇ ਨੇ ਜਲ ਤੈ ਉਠੈ ਅਨਕ ਤਰੰਗਾ। ਇੱਥੋਂ ਸਮਝ ਆ ਜਾਏਗੀ ਕਿ ਅਸੀਂ ਜਿਹੜੇ ਅੰਸ਼ ਬਾਰ-ਬਾਰ ਕਹਿੰਦੇ ਆ ਨਾ ਕਿ ਪਰਮਾਤਮਾ ਦੇ ਅੰਸ਼, ਖੂਬ ਗੁਰੂ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਸਾਨੂੰ ਮਿਸਾਲਾਂ ਦੇ ਕੇ ਸਮਝਾਇਆ। ਕਹਿੰਦੇ ਨੇ ਜਲ ਤੈ ਉਠੈ ਅਨੇਕ ਤਰੰਗਾ, ਕਨਕ ਪੂਖਨ ਕਿਨੇ ਬੋਰੰਗਾ। ਦੋ ਐਗਜ਼ਾਮਪਲ ਇਕੱਠੀਆਂ, ਇੱਕ ਦਿੱਤੀ ਜਲ ਵਿੱਚ, ਕਹਿੰਦੇ ਨੇ ਸਮੁੰਦਰ ਵਿੱਚ ਕਈ ਲਹਿਰਾਂ ਉੱਠਦੀਆਂ ਨੇ, ਬਹੁਤ ਲਹਿਰਾਂ ਉੱਠਦੀਆਂ ਨੇ, ਅਨੇਕਾਂ ਲਹਿਰਾਂ ਉੱਠਦੀਆਂ ਨੇ। ਕਹਿੰਦੇ ਨੇ ਪਰ ਉਹ ਲਹਿਰਾਂ ਫਿਰ ਤੋਂ ਹੀ ਆਪਣੇ ਅਸਲੇ ਨਾਲ ਆ ਕੇ ਮਿਲ ਜਾਂਦੀਆਂ, ਉਹ ਬਾਹਰ ਨਹੀਂ ਹੁੰਦੀਆਂ, ਉਹ ਆ ਕੇ ਫਿਰ ਆਪਣੇ ਅਸਲੇ ਨਾਲ ਰਹਿੰਦਾ। ਪਾਣੀ ਦਾ ਪਾਣੀ ਹੈ, ਉਹ ਹੈ ਪਾਣੀ ਦਾ ਪਾਣੀ। ਇਸ ਤਰ੍ਹਾਂ ਕਨਕ ਭੁੱਖਣ, ਭੁੱਖਣ ਹੁੰਦਾ ਜੇਵਰਾਤ। ਕਹਿੰਦੇ ਨੇ ਸੋਨੇ ਦੇ ਕਈ ਜੇਵਰਾਤ ਕਈ ਤਰੀਕੇ ਦੇ ਬਣ ਜਾਂਦੇ ਨੇ, ਕਈ ਅਲੱਗ-ਅਲੱਗ ਰੰਗਾਂ ਦੇ ਬਣਾ ਲੈਂਦੇ ਨੇ, ਕਈ ਕਿਸਮਾਂ ਦੇ ਜੇਵਰਾਤ ਬਣ ਜਾਂਦੇ ਨੇ, ਪਰ ਰਹਿੰਦਾ ਤੇ ਸੋਨਾ ਦਾ ਸੋਨਾ ਹੀ। ਅਸਲ ਤੇ ਅਸਲਾ ਕੀ ਹੈ? ਸੋਨਾ। ਇਸ ਤਰ੍ਹਾਂ ਹੀ ਕਰਤਾਰ ਅਨੇਕ ਭੇਖ ਪੈਦਾ ਕਰ ਲਿਆ ਨੇ, ਆਖਿਰ ਵਿੱਚ ਉਹਦਾ ਅੰਸ਼ ਉਹਦੇ ਨਾਲ ਹੀ ਜੁੜਨਾ ਹੈ, ਰਹਿਣਾ ਪਰਮਾਤਮਾ ਦੀ ਉਹੀ ਹੋਂਦ ਹੈ। ਇਸ ਤਰ੍ਹਾਂ ਕਹਿੰਦੇ ਨੇ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਓੰਕਾਰਾ। ਕਹਿੰਦੇ ਨੇ ਬੀਜ ਬੋ ਕੇ ਉਹ ਵੱਡੇ ਫਲ ਦਰਖਤ ਬਣਦੇ ਨੇ, ਅਨੇਕਾਂ ਤਰ੍ਹਾਂ ਦੇ ਅਲੱਗ-ਅਲੱਗ ਬੀਜ ਪੈਂਦੇ ਨੇ, ਉਹ ਬੀਜ ਫਿਰ ਤੋਂ ਅਲੱਗ-ਅਲੱਗ ਤਰੀਕੇ ਦੇ ਪੇੜ ਰੁੱਖ ਬਣਦੇ ਨੇ, ਵੱਡੇ ਰੁੱਖ ਬਣਨ ਤੋਂ ਬਾਅਦ ਉਹਨਾਂ 'ਚ ਫਲ ਲੱਗਦੇ ਨੇ, ਫਲ ਲੱਗ ਕੇ ਫਿਰ ਉਹਦੇ ਵਿੱਚ ਬੀਜ ਪੈਦਾ ਹੁੰਦਾ, ਤੇ ਗੱਲ ਫਿਰ ਉੱਥੇ ਆ ਜਾਂਦੀ, ਆਪਣੇ ਅਸਲੇ ਨਾਲ ਆ ਕੇ ਜੁੜ ਜਾਂਦੇ ਨੇ। ਫਲ ਪਾਕੇ ਤੇ ਇੱਕ ਓੰਕਾਰਾ, ਫਿਰ ਉਹ ਆਪਣੇ ਅੰਸ਼ ਨਾਲ ਉੱਥੇ ਆ, ਉਹ ਅੰਸ਼ ਜਿਹੜਾ ਫਿਰ ਆਪਣੇ ਨਾਲ ਅਸਲੇ ਨਾਲ ਜੁੜ ਜਾਂਦੇ ਨੇ, ਰਹਿੰਦੇ ਬੀਜ ਨੇ। ਤਿੰਨੋਂ ਐਗਜ਼ਾਮਪਲ, ਤਿੰਨੋਂ ਮਿਸਾਲਾਂ ਰਾਹੀਂ ਬਾਖੂਬੀ ਗੁਰੂ ਮਹਾਰਾਜ ਨੇ ਸਮਝਾਇਆ। ਇਸ ਤਰ੍ਹਾਂ ਹੀ ਮਨੁੱਖ ਦਾ ਜਿਹੜਾ ਅਸਲਾ ਉਹ ਕਰਤਾਰ, ਜਿੰਨੇ ਮਰਜੀ ਇਹ ਰੋਲ, ਜਿੰਨੇ ਮਰਜੀ ਅਸੀਂ ਅਦਾ ਕਰ ਲਈਏ, ਸਾਡਾ ਅੰਸ਼ ਜਿਹੜਾ ਉਹ ਉਸ ਕਰਤਾਰ ਦਾ ਹੀ ਹੈ। ਸਾਨੂੰ ਮੁੜ ਉੱਥੇ ਹੀ ਆਣਾ, ਯੂਟਰਨ ਮਾਰ ਕੇ ਉੱਥੇ ਹੀ ਆਣਾ, ਜਿੰਨਾ ਮਰਜੀ ਅਸੀਂ, ਸਾਡੀ ਹੋਂਦ ਉਹ ਅਸਲਾ ਹੀ ਹੈ, ਸਾਡਾ ਅਸਲਾ ਉਹੀ। ਸਾਨੂੰ ਮਿਲਾਪ ਉਹਦੇ ਨਾਲ ਹੀ ਕਰਨਾ ਜੇ ਅਸੀਂ ਆਪਣੀ ਯਾਤਰਾ ਸਫਲੀ ਕਰਨੀ ਹੈ। ਇਸ ਤਰ੍ਹਾਂ ਹੀ ਹੋਰ ਮਿਸਾਲ ਦਿੱਤੀ, ਕਹਿੰਦੇ ਨੇ ਸਹਿਸ ਘਟਾਵੇਂ ਏਕ ਆਕਾਸ਼, ਘਟ ਫੁੱਟੇ ਤੇ ਉਹੀ ਪ੍ਰਕਾਸ਼। ਕਹਿੰਦੇ ਨੇ ਘੜਾ ਰੱਖ ਲਓ ਪਾਣੀ ਦਾ, ਭਰ ਕੇ ਕਿੰਨੇ ਮਰਜੀ ਘੜੇ ਰੱਖ ਲਓ, ਸੂਰਜ ਦੀ ਕਿਰਨਾਂ ਦੇ ਨਾਲ ਉਹਦੇ ਸੂਰਜ ਨਜ਼ਰ ਆਉਂਦਾ ਹਰ ਇੱਕ ਘੜੇ ਦੇ ਵਿੱਚ। ਜਿਵੇਂ ਮਿਰਾਜ ਦੀ ਵੀ ਗੱਲ ਹੋਈ, ਇੱਕ ਘੜੇ ਨਜ਼ਰ ਆਉਂਦਾ, ਪਰ ਜਦੋਂ ਘੜੇ ਫੁੱਟ ਜਾਂਦੇ ਨੇ, ਘੜੇ ਟੁੱਟ ਜਾਣ, ਪਰ ਸੂਰਜ ਉਹੀ ਸੂਰਜ ਦਾ ਸੂਰਜ ਹੀ ਹੈ, ਘੜੇ ਚਾਹੇ ਜਿੰਨੇ ਮਰਜੀ ਹੋਣ, ਸੂਰਜ ਆਪਣਾ ਅਸਲ ਉੱਥੇ ਦਾ ਉੱਥੇ ਹੀ ਹੈ। ਕਹਿੰਦੇ ਨੇ ਮਨੁੱਖ ਨੂੰ ਕਿਉਂ ਨਹੀਂ ਸਮਝ ਆਉਂਦੀ ਕਿ ਅਸੀਂ ਕਿਸ ਤੇ ਅੰਸ਼ ਆ, ਸਾਡਾ ਅਸਲਾ ਕੀ ਹੈ, ਸਾਡਾ ਸਿਰਜਣਹਾਰ ਕੌਣ ਹੈ, ਸਾਨੂੰ ਸੰਭਾਲਣ ਵਾਲਾ ਕੌਣ ਹੈ, ਅਸੀਂ ਕਿੱਥੇ ਅੰਸ਼ ਆ, ਅਸੀਂ ਕਿੱਥੋਂ ਪੈਦਾ ਹੋਏ ਆ, ਸਾਨੂੰ ਨਹੀਂ ਸਮਝ ਆ ਰਿਹਾ। ਇਹ ਕਿਉਂ ਨਹੀਂ ਸਮਝ ਆ ਰਿਹਾ? ਕਹਿੰਦੇ ਨੇ ਭਰਮ ਲੋਭ ਮੋਹ ਮਾਇਆ ਵਿਕਾਰ, ਭ੍ਰਮ ਛੁਪੇ ਤੇ ਅਹੰਕਾਰ। ਕਿਉਂਕਿ ਸਾਡੇ ਅੰਦਰ ਅਸੀਂ ਭੁਲੇਖਿਆਂ ਵਿੱਚ ਆ, ਕਿਸ ਦੇ? ਲੋਭ ਦੇ, ਮੋਹ ਦੇ, ਮਾਇਆ ਦੇ, ਵਿਕਾਰਾਂ ਦੇ।
ਕਹਿੰਦੇ ਨੇ ਅਸੀਂ ਵਿਕਾਰਾਂ ਦੇ ਮਾਇਆ ਦੇ ਰਸਕਸ ਵਿੱਚ ਇੰਨੇ ਫਸੇ ਹੋਏ ਆ, ਸਾਡੀ ਦੌੜ ਭੱਜ ਕੇਵਲ ਮਾਇਆ ਦੇ ਆਸ-ਪਾਸ ਲੱਗੀ ਹੋਈ ਹੈ। ਅਸੀਂ ਭੁੱਲੇ ਬੈਠੇ ਆ, ਪਰ ਜਿਸ ਦਿਨ ਭ੍ਰਮ ਛੁੱਟੇ ਤੇ ਇੱਕ ਕੰਕਾਰ, ਜਿਸ ਦਿਨ ਇਹ ਮਾਇਆ ਦੇ ਜਿਹੜੇ ਰਸਕਸ ਨੇ, ਜਿਸ ਦਿਨ ਇਹ ਮਾਇਆ ਦੇ ਰੰਗ ਤਮਾਸ਼ੇ ਵਾਸ਼ਨਾਵਾਂ ਨੇ, ਇਹ ਜਿਹੜਾ ਲੋਭ ਮੋਹ ਹੈ, ਇਹ ਸਭ ਸਾਡੇ ਅੰਦਰੋਂ ਤਜ ਜਾਏਗਾ। ਜਿਸ ਦਿਨ ਗੁਰੂ ਦੀ ਕਿਰਪਾ ਸਦਕਾ ਅਸੀਂ ਇਸ ਭਰਮ ਤੋਂ ਦੂਰ ਹੋ ਜਾਵਾਂਗੇ, ਜਿਸ ਦਿਨ ਇਸ ਭੁਲੇਖੇ ਤੋਂ ਦੂਰ ਹੋ ਜਾਵਾਂਗੇ, ਜਿਸ ਦਿਨ ਇਸ ਦੀ ਦੌੜ ਭੱਜ ਤੋਂ ਦੂਰ ਹੋ ਜਾਵਾਂਗੇ, ਜਿੱਥੇ ਅਸੀਂ ਆਪਣਾ ਸਮਰਪਣ ਗੁਰੂ ਅੱਗੇ ਕਰ ਦਾਂਗੇ, ਕਿਉਂਕਿ ਬੁਝਾਣਾ ਗੁਰੂ ਨਹੀਂ। ਜਿਸ ਦਿਨ ਉਹਦੇ ਦਰ ਕਰਦਾ ਅਰਦਾਸੀਆ ਬਣ ਜਾਵਾਂਗੇ, ਜਿੱਥੇ ਪਰਦਾ ਸਾਫ਼ ਹੋਇਆ, ਜਿੱਥੇ ਮਹਿਲਾ ਪਰਦਾ ਸਾਫ਼ ਹੋਏਗਾ, ਉੱਥੇ ਭ੍ਰਮ ਛੁੱਟੇ ਤੇ ਇੱਕ ਕੰਕਾਰ, ਸਾਨੂੰ ਆਪਣਾ ਅਸਲਾ ਸਮਝ ਆ ਜਾਣਾ, ਸਾਡੇ ਅਸਲੇ ਦੀ ਪਛਾਣ ਹੋ ਜਾਣੀ। ਔਰ ਜੀਵਨ ਦੀ ਯਾਤਰਾ ਹੀ ਅਸਲੇ ਦੀ ਪਛਾਣ ਹੈ। ਜੀਵਨ ਦੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦਾ ਮਤਲਬ ਹੀ ਅਸਲੇ ਦੀ ਪਛਾਣ ਹੈ। ਉਸ ਸਿਰਜਣਹਾਰ ਦੀ ਪਛਾਣ ਹੈ ਜਿਨੇ ਪੈਦਾ ਕੀਤਾ, ਉਸ ਰਾਜ਼ਕ ਦੀ ਪਛਾਣ ਹੈ ਜਿਨੇ ਸਭ ਨੂੰ, ਸਭ ਦੀ ਪ੍ਰਤਪਾਲਨਾ ਜੋ ਕਰ ਰਿਹਾ, ਜੋ ਸਭ ਦਾ ਰਾਖਾ ਹੈ, ਉਹਦੀ ਪਛਾਣ ਹੈ। ਕਹਿੰਦੇ ਨੇ ਤਾਂ ਜਾ ਕੇ ਇਹ ਸਮਝ ਆਣੀ ਹੈ। ਇਹ ਸਮਝ ਆ ਜਾਏਗੀ ਜਿਸ ਦਿਨ ਇਹ ਸਮਝ ਆ ਗਈ ਕਿ ਅਸੀਂ ਅਸਲੇ ਦੇ ਨਾ ਅਸਲੇ ਦੇ ਅੰਸ਼ ਹਾਂ, ਸਾਡਾ ਅਸਲਾ ਸਾਨੂੰ ਸਮਝ ਆ ਗਿਆ। ਜਿਸ ਦਿਨ ਇਹ ਪਰਦਾ ਖਤਮ ਹੋ ਗਿਆ, ਉਸ ਦਿਨ ਉਹ ਅਬਿਨਾਸੀ ਬਿਨ ਸਤਨਾਈ, ਨਾ ਕੋ ਆਵੇ ਨਾ ਕੋ ਜਾਈਏ। ਨਹੀਂ ਸਮਝ ਆ ਜਾਣੀ चाहिए कि वो सदीवी है, वो करतार सदीवी है, वो बिनसन वाला नहीं है, बिनसनहार नहीं है, ना वो आएगा न जाएगा, ना वो जुनिया विच अजूनी है। पर होएगा किस तरह फैसला, गुरपुर है होमे मलत होई, कहो नानक मेरी परम गत। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ, ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਮੈਂ ਉਹਦੇ ਘਰ ਦਾ ਅਰਦਾਸੀਆ ਬਣਾਂਗਾ, ਉਹਦੀ ਕਿਰਪਾ ਦੇ ਸਦਕਾ ਮੇਰੇ ਅੰਦਰੋਂ ਹੋਮੇ, ਮੇਰੀ ਮੈਂ ਖਤਮ ਹੋਏਗੀ। ਜਿੱਥੇ ਮੈਂ ਖਤਮ ਹੋਏਗੀ, ਤੂੰ ਕਰਤਾ ਤੂੰ ਹੁਆ, ਮੁਝ में रहा ना हो। जब मेरी हूँ खत्म हो जाएगी, मैनू फिर केवल तू नजर आएगा। उस समय कहो नानक मेरी परम गत होई, उस दिन मेरा जीवन उस उत्तम अवस्था का मालक बन जाएगा जिथे करतार वसदा है, जिथे करतार की पछाण होंदी है, जिथे ओदी होंद दे दर्शन होंदे ने, जिथे ओदे खुद तक समझ आंदे ने, उस तो पहला नहीं। क्योंकि जब तक अंदर मैं, जब तक अंदर होमे है, जब तक होमे दी मैल है, तब तक करतार दे दर्शन नहीं हो सकते। होमे दी मैल ही सब तो वड्डी रुकावट है। वो होमे दी मैल धुपेगी किस तरह, गुरपुर है होमे मल तू। जब गुरु ਨੂੰ ਸਮਰਪਣ ਕਰਕੇ पूरे गुरु ਦੀ शरण ਵਿੱਚ ਆ ਕੇ ਇਹ मैल ਧੁਪੇਗੀ, ਤਾਂ ਜਾ ਕੇ ਇਹ परम अवस्था, उत्तम अवस्था प्रगट होएगी, जिस राही करतार दे दर्शन होंगे। वो है गोबिंद मिलन की ਤਾਂ ਜਾ ਕੇ ਗੋਬੇ ਜਿਹੜੀ ਜਿਸ ਲਈ ਮਨੁੱਖਾ ਜਨਮ ਦੀ ਬਖਸ਼ਿਸ਼ ਹੋਈ ਹੈ, ਉਹ ਜੀਵਨ ਸਫਲਾ ਹੋਇਆ। ਗੁਰੂ ਮਹਾਰਾਜ ਨੇ ਸਟੈਪ ਬਾय ਸਟੈਪ ਸਾਨੂੰ ਸਮਝਾਤਾ ਕਿ ਸਾਡੇ ਜਿਹੜਾ ਜੀਵਨ ਦਾ ਅਸਲੀ ਮਨੋਰਥ ਹੈ, ਆਪਣੇ ਅਸਲੇ ਦੀ ਪਛਾਣ ਹੈ, ਆਪਣੇ ਸਿਰਜਣਹਾਰ ਦੀ ਪਛਾਣ ਹੈ। ਅਸਲੇ ਦਾ ਮਤਲਬ ਹੀ ਸਿਰਜਣਹਾਰ, ਉਹ ਸਿਰਜਣਹਾਰ ਜਿਹਨੇ ਪੈਦਾ ਕੀਤਾ, ਜਿਹਨੇ ਪੈਦਾ ਕੀਤਾ, ਜਿਹਨੇ ਸਾਡਾ ਇਹ ਜੀਵਨ, ਇਹ ਜੀਓ ਪਿੰਡ ਸਾਡੇ ਤੇ ਬਖਸ਼ਿਸ਼ ਕੀਤੀ, ਉਸ ਨਾਲ ਜੁੜਨਾ ਹੈ। ਮਿਲਾਪ ਉਹਦੇ ਨਾਲ ਹੈ, ਉਹਦੇ ਨਾਲ ਵਾਕਫੀਅਤ ਕਰਨੀ ਹੈ, ਉਹਦੇ ਨਾਲ ਦੋਸਤੀ ਕਰਨੀ ਹੈ, ਪ੍ਰੀਤ ਬਣਾਉਣੀ ਹੈ। ਜਿੱਥੇ ਮੈਂ ਹਾਂ ਉੱਥੇ ਉਹ ਹੈ ਹੀ ਨਹੀਂ, ਫਿਰ ਉੱਥੇ ਉਹਦੀ ਦੋਸਤੀ ਕਿਸ ਤਰ੍ਹਾਂ ਹੋਏਗੀ। ਤੇ ਬਾਰ-ਬਾਰ ਗੁਰੂ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਪਰ ਜਿੱਥੇ ਪਰਖ ਹੋ ਗਈ, ਜਿੱਥੇ ਅਵਸਥਾ ਆ ਗਈ, ਉੱਥੇ ਸਮਝ ਆ ਜਾਣਾ ਹੈ ਕਿ ਇਹ ਕਰਤਾਰ ਹੀ ਮੇਰਾ ਰਖਵਾਲਾ ਵੀ ਹੈ। ਮੈਨੂੰ ਕਿਸੇ ਦੀ ਮੁਹਤਾਜੀ ਨਹੀਂ, ਕਰਤਾਰ ਹੀ ਮੈਨੂੰ ਸੰਭਾਲਣ ਵਾਲਾ ਹੈ, ਜਿਨੇ ਸਿਰਜਿਆ ਹੈ, ਜਿਨੇ ਪੈਦਾ ਕੀਤਾ ਹੈ। ਮੈਂ ਆਣਾ, ਮੈਂ ਉਹਦੀ ਗੋਦ ਵਿੱਚ, ਉਹ ਆਪੇ ਮੇਰੀ ਰੱਖਿਆ ਕਰੇਗਾ, ਮੇਰਾ ਆਪਣਾ ਰਖਵਾਲਾ ਹੈ। ਮੈਨੂੰ ਕਿਸੇ ਦੁਨਿਆਵੀ ਗੋਡਫਾਦਰ ਦੀ ਮੁਹਤਾਜੀ ਨਹੀਂ, ਮੈਨੂੰ ਕਿਸੇ ਦਾ ਕੋਈ ਸਹਿਮ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ, ਅੰਦਰੋਂ ਭਉ ਹੀ ਖਤਮ ਹੋ ਜਾਣਾ ਹੈ ਜਦੋਂ ਉਸ ਨਿਰਭਉ ਦੇ ਪੈਰਾਂ ਵਿੱਚ, ਚਰਨਾਂ ਵਿੱਚ ਆ ਜਾਣਾ। ਉਹਦੇ ਚਰਨਾਂ ਵਿੱਚ ਜਿਸ ਦਿਨ ਸਿਰ ਰੱਖ ਦਿੱਤਾ, ਉਸ ਤੋਂ ਬਾਅਦ ਇਹ ਭੈ ਨਹੀਂ ਰਹਿਣਾ। ਭੈ ਕਿਉਂ ਹੈ? ਭੈ ਹੈ ਭਰੋਸਾ ਨਹੀਂ, ਅੰਦਰ ਹੋਮੇ ਹੈ। ਮੈਂ ਕਰਦੇ ਅਸੀਂ ਸਾਰੀ ਜ਼ਿੰਦਗੀ ਕੱਢ ਦਿੰਦੇ, ਮੈਂ ਕਰਦੇ ਅਸੀਂ ਭੁੱਲ ਜਾਂਦੇ ਹਾਂ ਰੱਖਣ ਵਾਲਾ ਉਹ ਹੈ, ਭੁੱਲ ਜਾਂਦੇ ਹਾਂ ਸਿਰਜਿਆ ਕਿੰਨੇ ਹੈ। ਅੱਜ ਛੋਟੀ ਜਿਹੀ ਇੱਕ ਦਿੱਕਤ ਆ ਜਾਏ, ਜਿੰਨੀ ਮਰਜ਼ੀ ਮੈਡੀਕਲ ਸਾਇੰਸ ਅੱਗੇ ਵੱਧ ਗਈ ਹੋਵੇ, ਫਿਰ ਵੀ ਉੱਥੇ ਤੱਕ ਨਹੀਂ ਪਹੁੰਚ ਸਕਦੀ।
ਹਾਲੇ ਵੀ ਸਾਇੰਸ ਜਿੰਨੀ ਮਰਜ਼ੀ ਅੱਗੇ ਵਧੇ, ਸਾਇੰਸ ਕੇਵਲ ਕਾਇਨਾਤ ਦੇ ਅੱਗੇ ਪਿੱਛੇ ਟੁਰ ਰਹੀ ਹੈ। ਕਾਇਨਾਤ ਨੂੰ ਪੈਦਾ ਕਰਨ ਵਾਲੇ ਕਾਦਰ ਦਾ ਹਾਲੇ ਤੱਕ ਉਹਨੂੰ ਅੰਦਾਜ਼ਾ ਨਹੀਂ ਹੋ ਪਾਇਆ, ਔਰ ਅੰਦਾਜ਼ਾ ਵੀ ਨਹੀਂ ਕਰ ਸਕੇ। ਹਾਲੇ ਤੱਕ ਕਿਹਾ ਜਾਂਦਾ ਹੈ ਕਿ 0.005% ਵੀ ਸਾਇੰਸ ਕਿਧਰੇ ਨਹੀਂ ਪਹੁੰਚੀ, ਉਹਦਾ ਵੀ ਉਹਨੂੰ ਕੁਝ ਨਹੀਂ ਪਤਾ। ਅਸੀਂ ਕਹਿੰਦੇ ਨਾ ਸਾਇੰਸ ਔਰ ਗੋਡ ਵਿੱਚ ਕੀ ਫਰਕ? ਉਹ ਕਰਤਾਰ जिन्ने कायनात पैदा की उन्ने ही ये सब रचिया, वो सिरजनहार है। फिर जेड़ा पैदा करने वाला रखवाला भी वही है। जिवें मापियो हुंदे ने, सब बनाता मापियो आप है, आपे सार करे। फिर यही समझना है ना, जब बच्चे असी आने सी, छोटे सी, अज जिवें जिवें वड्डे होए मैं आ गई अंदर, असी मापियो नूं, असी खुद वड्डे हो गए ते मापियो नूं कुछ छोटा समझन लग। क्यों? क्योंकि मैं अंदर आ जाती। ਤੇ ਗੁਰੂ ਮਹਾਰਾਜ ਸਾਨੂੰ ਬਾਰ-ਬਾਰ ਇਹੀ ਸਮਝਾਉਂਦੇ ਨੇ ਕਿ ਉਹ ਸਭ ਦਾ ਮਾਪਿਓ ਹੈ, ਜਿਹਨੇ ਪੈਦਾ ਕੀਤਾ ਹੈ। ਕੇਵਲ ਸਾਡਾ ਕੰਮ ਉਹਦੀ ਗੋਦ ਵਿੱਚ ਜਾ ਕੇ ਲੇਟ ਜਾਣਾ, ਪਿਆਨਿਆਂ ਦੀ ਤਰ੍ਹਾਂ ਬੇਪਰਵਾਹ ਹੋ ਕੇ, ਬੇਪਰਵਾਹੀ ਉਹਦੇ ਨੇੜੇ ਲੈ ਕੇ ਜਾਏਗੀ, ਲਾਪਰਵਾਹੀ ਨਹੀਂ। ਬੇਪਰਵਾਹ ਤਦੀ ਹੋਏਗਾ ਮਨੁੱਖ ਜਦੋਂ ਇਹ ਸਮਝ ਜਾਏਗਾ ਕਿ ਉਹ ਕਰਨ ਵਾਲਾ ਉਹ ਹੈ, ਰੱਖਣ ਵਾਲਾ ਉਹ ਹੈ, ਸੰਭਾਲਣ ਵਾਲਾ ਉਹ ਹੈ, ਸਿਰਜਣਹਾਰ ਉਹ ਹੈ। ਅਸੀਂ ਆਨੇ ਦੇ ਇਹ ਆਨੇ ਆ, ਸਿਆਣਾ ਹੋ ਕੇ ਕੁਛ ਨਹੀਂ ਮਿਲਣਾ, ਕਿਉਂਕਿ ਸਿਰਜਣਹਾਰ ਪ੍ਰਭੂ ਆਪ ਹੀ ਜੀਵਾਂ ਦਾ ਪ੍ਰੇਰਕ ਹੈ। ਉਸਦੀ ਰਜ਼ਾ ਦੀ ਨੱਥ ਹਰੇਕ ਤੇ ਨੱਕ ਵਿੱਚ ਹੈ। ਉਹਦੀ ਰਜ਼ਾ ਦੇ ਵਿੱਚ ਸਾਰੇ ਚੱਲ ਰਹੇ ਨੇ। ਦੂਜੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨੱਕ ਹੱਥ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਨੇ ਤਹਾਂ ਖਾਨੇ, ਨਾਨਕਾ ਸੱਚ ਹੈ। ਸਾਨੂੰ ਸਭ ਤੋਂ ਜ਼ਿਆਦਾ ਸਹਿਮ ਆਪਣੇ ਰਿਜ਼ਕ ਨੂੰ ਲੈ ਕੇ ਹੁੰਦਾ, ਪਿੱਛੇ ਰੱਖ ਸਕਦੀ ਗੱਲ। ਕਿਹਾ ਜਾਂਦਾ ਅਸੀਂ ਬੰਦਗੀ, ਅਸੀਂ ਗੁਰੂ ਘਰ ਦੇ ਦਰਸ਼ਨ ਜਾਂ ਕਿਸੇ ਧਾਰਮਿਕ ਕਿਰਿਆਵਾਂ ਵੀ ਤਾਂ ਹੀ ਕਰਦੇ ਆ ਕਿਉਂਕਿ ਉਹਦੇ ਵਿੱਚ ਪਿੱਛੇ ਦੋ ਸਭ ਤੋਂ ਵੱਡੇ ਮਕਸਦ ਹੁੰਦੇ ਨੇ। ਇੱਕ ਡਰ, ਇਹ ਹੁੰਦਾ ਨਾ, ਦੂਜਾ ਲਾਲਚ। ਲਾਲਚ ਕਿਸੇ ਚੀਜ਼ ਨੂੰ ਪਾਉਣ ਦਾ, ਔਰ ਡਰ ਕਿਸੇ ਚੀਜ਼ ਦਾ ਦੀ ਸਸਟੇਨੇਬਿਲਿਟੀ ਦਾ, ਕਿ ਉਹ ਸਸਟੇਨਡ ਰਹੇ। ਇਹੀ ਦੋ ਚੀਜ਼ਾਂ ਨੇ ਜਿਸ ਕਾਰਨ ਮੌਤਾਂ ਤੌਰ ਤੇ ਮੇਰੇ ਜਿਹਾ ਮਨੁੱਖ ਬੰਦਗੀ ਕਰਨ ਦੀ ਕੋਸ਼ਿਸ਼ ਕਰਦਾ, ਮੇਰੇ ਜਿਹਾ ਮਨੁੱਖ ਮਾਫੀ ਚਾਹਨਾ ਧਾਰਮਿਕ ਕਿਰਿਆਵਾਂ ਕਰਨ ਦੀ ਕੋਸ਼ਿਸ਼ ਕਰਦਾ। ਇਹ ਡਰ ਕਿਉਂ ਹੈ? ਕਿਉਂਕਿ ਸਾਨੂੰ ਲੱਗਦਾ ਅਸੀਂ ਮੁਹਤਾਜ ਹਾਂ। ਜਦ ਤੱਕ ਅਸੀਂ ਮੁਹਤਾਜ ਹਾਂ, ਸਾਨੂੰ ਪਤਾ ਹੈ, ਜਦ ਤੱਕ ਸਾਨੂੰ ਇਹ ਨਹੀਂ ਪਤਾ ਕਿ ਰਖਵਾਲਾ ਕੌਣ, ਸਿਰਜਣਹਾਰ ਕੌਣ, ਰਾਜ਼ਕ ਕੌਣ, ਤਦ ਤੱਕ ਅਸੀਂ ਮੁਹਤਾਜ ਹੀ ਰਵਾਂਗੇ। ਇਹ ਸਮਝਣ ਦੀ ਲੋੜ ਹੈ ਕਿ ਉਹਦਾ ਹੁਕਮ ਅਟਲ ਹੈ, ਉਸ ਹੁਕਮ ਦੇ ਆਧਾਰ ਤੇ ਅਸੀਂ ਚੱਲ ਰਹੇ ਹਾਂ, ਉਸ ਹੁਕਮ ਦੇ ਅਧੀਨ ਹੀ ਅਸੀਂ ਚੱਲ ਰਹੇ ਹਾਂ। ਹੁਕਮ ਤੋਂ ਪਰੇ ਕੁਛ ਨਹੀਂ ਹੈ। ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਅਸੀਂ ਦੁੱਖ ਸੁੱਖ ਹੀ ਫਰੋਲਦੇ ਰਹਿ ਜਾਂਦੇ। ਜੇ ਸਮਝ ਆ ਜਾਏ ਤਦੀ ਬਾਣੀ ਜਪ ਦੇ ਅੰਦਰ ਪਹਿਲੀ ਗੱਲ ਹੀ ਗੁਰੂ ਮਹਾਰਾਜ ਨੇ ਪਹਿਲਾ ਸਭ ਤੋਂ ਵੱਡਾ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਾਡੇ ਤੇ ਰੱਖਿਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ, ਹੁਕਮ ਰਜ਼ਾਈ ਚੱਲ, ਨਾਨਕ ਲਿਖਿਆ ਨਾ। ਕਿ ਜਦ ਤੱਕ ਇਹ ਗੱਲ ਸਮਝ ਨਹੀਂ ਆਣੀ ਕਿ ਹੁਕਮ ਉਹਦੀ ਰਜ਼ਾ ਵਿੱਚ ਖਿੜੇ ਮੱਥੇ ਰਹਿਣਾ ਹੈ, ਤਾਂ ਤੱਕ ਇਹ ਜਿਹੜੀ ਕੂੜ ਦੀ ਭਾਲ ਹੈ ਇਹ ਨਹੀਂ ਟੁੱਟ ਸਕਦੀ, ਤਦ ਤੱਕ ਹਉਮੈ ਪ੍ਰਧਾਨ ਰਹੇਗੀ। ਹੁਕਮ ਵਿੱਚ ਰਹਿਣ ਦਾ ਮਤਲਬ ਹੀ ਹੈ, ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ। ਜਦ ਤੱਕ ਹੁਕਮ ਹਉਮੈ ਅੰਦਰੋਂ ਨਹੀਂ ਟੁੱਟੇਗੀ, ਤਾਂ ਤੱਕ ਇਹ ਮਨੁੱਖ ਹਮੇਸ਼ਾ ਹੀ ਸਹਿਮ ਵਿੱਚ ਰਹੇਗਾ, ਹਮੇਸ਼ਾ ਹੀ ਮੁਹਤਾਜ ਰਹੇਗਾ। ਔਰ ਮੁਹਤਾਜ ਹਮੇਸ਼ਾ ਹੀ ਭੁਲੇਖੇ ਵਿੱਚ ਵੀ ਰਹਿੰਦਾ ਤੇ ਸਹਿਮਿਆ ਵੀ ਰਹਿੰਦਾ। ਗੁਰੂ ਨੇ ਸਾਨੂੰ ਬੇਮੁਹਤਾਜ ਕੀਤਾ, ਗੁਰੂ ਨੇ ਸਾਨੂੰ ਨਿਰਭਉ ਬਣਾਇਆ। ਕਹਿੰਦੇ ਨੱਕ ਹੱਥ, ਇਹ ਗੱਲ ਸਮਝਣ ਦੀ ਹੈ। ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਬੈਲ ਦੇ ਨਕੇਲ ਲਗਾਈ ਜਾਂਦੀ ਹੈ, ਤੇ ਉਹਨੂੰ ਚਲਾਉਣ ਵਾਲਾ ਉਹਨੂੰ ਜਿੱਥੇ ਲੈ ਜਾਣਾ ਚਾਹੁੰਦਾ ਉੱਥੇ ਲੈ ਕੇ ਜਾਂਦਾ। ਪਿੱਛੇ ਜੇਵਰੀ ਦੀ ਗੱਲ ਆਈ, ਪਿੱਛੇ ਕਠਪੁਤਲੀ ਦੀ ਗੱਲ ਆਈ, ਗੱਲ ਉਹੀ ਹੈ ਕਿ ਉਹਦੇ ਹੁਕਮ ਵਿੱਚ ਚੱਲਣਾ। ਅਸੀਂ ਕੁਛ ਨਹੀਂ ਕਰ ਸਕਦੇ। ਨੱਕ ਨੱਥ ਸਾਡੇ ਨੱਕ ਵਿੱਚ, ਉਹਦੇ ਨਕੇਲ, ਉਹਦੀ ਨਕੇਲ ਸਾਡੇ ਨੱਕ ਵਿੱਚ ਹੈ। ਉਹ ਰਜ਼ਾ ਦੀ ਨਕੇਲ ਉਹਨੇ ਲਗਾਈ, ਉਸ ਕਰਤਾਰ ਦੇ ਹੱਥ ਵਿੱਚ ਉਹ ਰਜ਼ਾ ਦੀ ਨਕੇਲ ਸਾਡੇ ਨੱਕ ਵਿੱਚ ਲੱਗੀ ਹੋਈ ਹੈ। ਜਿਸ ਤਰ੍ਹਾਂ ਸਾਡੇ
ਉਰਬਲੇ ਕਰਮ ਨੇ ਉਸ ਅਨੁਸਾਰ ਸਾਡੀ ਕਿਰਤ ਦੇ ਅਨੁਸਾਰ ਸਾਡੇ ਕਰਮਾਂ ਦੇ ਅਨੁਸਾਰ ਸਾਡੀ ਉਹ ਜੀਵਨੀ ਚੱਲ ਰਹੀ ਹੈ ਉਸ ਤਰ੍ਹਾਂ ਚਲਾ ਰਿਹਾ जहां दाने तहां खाने जिवें साडी किरत रही है जिस तरह साडे कर्म रहे ने इंसेप्शनल ਅਸੀਂ जिस तरह चलते आ रहे उस तरह ही ਉਹਨੇ ਸਾਡਾ दाना पानी लिख दिता ਹੁਣ जिथे ਉਹਨੇ दाना पानी लिख दिता सच्चे नहीं लगता वो पक्का है वो अटल है वो सदीवी है वो हट नहीं सकता जिन्ना मर्जी हथ पैर मार लीए जिन्नी मर्जी सियाणपा दिखा लीए कोई फर्क नहीं पैना क्योंकि ਉਹਦਾ हुक्म अटल बस इन्ना ही मनुख कर सकता है कि ਉਹਦੇ ਅੱਗੇ अरदास कर सकता है ਉਹਦੇ ਅੱਗੇ सरेंडर कर सकता है पर जे हथ पैर मारेगा तो ਉਹਦਾ कोई फायदा नहीं होता जिथे बोलन हारिए जिथे चंगी चुप उत्थे चुप रहना ही चंगा ਉਹਦਾ हुक्म अटल है गुरु महाराज अगे बख्शिश करते हैं की करना चाहिए कहते ने उदम मत प्रभ अंतर जामी जो प्रेरे त्यो करना जो नटुआ तंत वजाए तंती त्यों वाजै जंत जना हूं गल समझनी चाहिए है कि वो राखा जेड़ा है सिरजनहार जेड़ा है वो अपने हुक्म विच सानू किस तरह चलांदा है कहंदे ने जिस तरह दी मत वो बख्शदा है उस तरह ही वो अंतरजामी जिस तरह उस तरह ही साडे जीवन प्रेरिया जांदा है जिवें वो सानू चलांदा असीं उही चलना जिवें नटुआ तंत वजाए तंती ਜਿਹੜੀ ਤੰਤੀ ਦੀ ਜਿਹੜੀ ਤੰਤ ਦੀ ਜਿਹੜੀ ਤੰਤੀ ਜਿਸ ਤਰ੍ਹਾਂ ਉਹ ਤੰਤ ਵਜਾਉਣ ਵਾਲਾ ਵਜਾਉਂਦਾ ਹੈ ਕਹਿੰਦੇ ਉਸ ਤਰ੍ਹਾਂ ਹੀ ਸਾਡਾ ਜੀਵਨ ਉਸ ਤਰ੍ਹਾਂ ਹੀ ਇਹ ਜੰਤ ਉਹਦੀ ਉਸ ਤੰਤੀ ਦੀ ਤਰ੍ਹਾਂ ਉਹ ਕਰਤਾਰ ਵਜਾ ਰਿਹਾ ਉਸ ਤਰ੍ਹਾਂ ਹੀ ਉਹਨਾਂ ਨੂੰ ਚਲਾ ਰਿਹਾ ਕਿਉਂਕਿ ਜਿਸ ਤਰ੍ਹਾਂ ਦਾ ਤੰਤੀ ਤੋਂ ਤੰਤੀ ਵਜਾਈ ਜਾਏਗੀ ਉਸ ਤਰ੍ਹਾਂ ਦਾ ਹੀ ਅੱਗੇ ਉਹ ਰਾਗ ਨਿਕਲਣਾ ਉਹ ਆਵਾਜ਼ ਨਿਕਲਣੀ ਤੇ ਜਿਸ ਤਰ੍ਹਾਂ ਦੀ ਤੰਤੀ ਜਿਸ ਤਰ੍ਹਾਂ ਕਰਤਾਰ ਸਾਨੂੰ ਚਲਾਏਗਾ ਉਸ ਤਰ੍ਹਾਂ ਇਹ ਜੰਤ ਨੇ ਚੱਲਣਾ ਇੱਕੋ ਰਸਤਾ ਹੈ ਉਹਦੇ ਅੱਗੇ ਅਰਦਾਸ ਕਰੀਏ ਇੱਕੋ ਰਸਤਾ ਹੈ ਕਹਿੰਦੇ ਨੇ ਜਪ ਮਨ ਰਾਮ ਨਾਮ ਰਸਨਾ ਜੇ ਜੀਵਨ ਨੂੰ ਸਹੀ ਰਾਹ ਤੇ ਪਾਣਾ ਹੈ ਕਿਉਂਕਿ ਚਲਾਣਾ ਉਹਨੇ ਹੈ ਤੇ ਫਿਰ ਜਿੱਥੇ ਕੁਛ ਆਪਣੀ ਚੱਲਣੀ ਨਹੀਂ ਆਪਣੀ ਸਿਆਣਪਾਂ ਚੱਲਣੀਆਂ ਹੀ ਨਹੀਂ ਤੇ ਫਿਰ ਉਹਦੇ ਅੱਗੇ ਸਮਰਪਣ ਦੀ ਲੋੜ ਹੈ जप मन राम नाम रसना भाव अपने आप को 100% सरेंडर करके ਉਹਦੀ ਵਡਿਆਈਆਂ ਉਹਦੇ ਗੁਣ ਗਾਣੇ ਸ਼ੁਰੂ ਕਰ ताकि जे जी ਉਹਦੇ ਤੇ ਉਹ ਤਿਰਤ ਰਹਿ ਆ ਜਾਏ ਜੇ ਉਹਦੀ ਬਖਸ਼ਿਸ਼ ਹੋ ਜਾਏ ਲਿਖੇ ਗੁਰ ਪਾਇਆ ਜੇ ਮਸਤਕ ਵਿੱਚ ਉਹ ਭਾਗ ਲਿਖ ਦੇ ਜੇ ਮਿਹਰ ਕਰ ਦੇ ਤੇ ਗੁਰੂ ਦੇ ਲੜ ਲਾ ਦੇਗਾ ਜੇ ਗੁਰੂ ਦੇ ਪੱਲਾ ਫੜ ਕੇ ਹਰ ਹਿਰਦੇ ਹਰ ਬਸਮਾ ਉਹ ਮਨ ਵਿੱਚ ਵਸ ਜਾਏਗਾ ਜਿੱਥੇ ਉਹ ਮਨ ਵਿੱਚ ਵਸ ਗਿਆ ਕਰਤਾ ਫਿਰ ਇਹ ਭੋਗ ਖਤਮ ਫਿਰ ਇਹ ਸਹਿਮ ਖਤਮ ਫਿਰ ਮੁਹਤਾਜੀ ਖਤਮ ਜਦ ਤੱਕ ਉਹਦੇ ਦਰ ਤੇ ਨਹੀਂ ਆਵਾਂਗੇ ਮੁਹਤਾਜੀ ਰਹੇਗੀ ਹੀ ਰਹੇਗੀ ਕਿਉਂਕਿ ਮਾਇਆ ਗ੍ਰਸਤ ਭ੍ਰਮਤ ਹੈ ਪਾਣੀ ਰੱਖ ਲੇਵੋ ਜਨ ਆਪਣਾ ਸਾਨੂੰ ਅਰਦਾਸ ਕਰਨੀ ਹੈ ਸਾਨੂੰ ਸਮਝ ਆਣੀ ਚਾਹੀਦੀ ਹੈ ਕਿ ਜਿਹੜਾ ਅਸੀਂ ਜਿਹੜੇ ਹਰ ਵਕਤ ਮਾਇਆ ਦੇ ਵਾਸ਼ਨਾਵਾਂ ਦੇ ਨਾਲ ਫਸੇ ਹੋਏ ਹਾਂ ਅਸੀਂ ਭੁਲੇਖਿਆਂ ਵਿੱਚ ਅਸੀਂ ਭਰਮੇ ਹੋਏ ਹਾਂ ਤੇ ਹਰ ਵਕਤ ਜੋਦੜੀ ਕਰਨੀ ਅਰਦਾਸਿਆ ਬਣਨਾ ਰੱਖ ਲੈ ਉਹ ਜਨ ਆਪਣਾ ਕਿਸ ਤਰ੍ਹਾਂ ਜਿਉਂ ਪ੍ਰਹਿਲਾਦ ਹਰਨਾਕਸ਼ ਦਸ ਜਿਸ ਤਰ੍ਹਾਂ ਪ੍ਰਹਿਲਾਦ ਤੋਂ ਨੂੰ ਹਰਨਾਕਸ਼ ਤੋਂ ਬਚਾਇਆ ਇੱਕ ਅਸੀਂ ਪੜ ਚੁੱਕੇ ਹਾਂ ਜਿਹੜਾ ਮਿਥਿਆਲਾ ਜੀ ਹਰ ਰਾਖਿਓ ਹਰ ਸ਼ਰਨ ਕਿਉਂ ਕਿਉਂਕਿ ਪ੍ਰਹਿਲਾਦ ਨੇ ਰਾਮ ਰਾਮ ਜਪਦਿਆਂ ਉਹਦੀ ਸ਼ਰਨ ਨਹੀਂ ਛੋੜੀ जिथे दृढ़ विश्वास है जिथे भरोसा उत्थे डर नहीं हुण हरनाकश और प्रहलाद की कहानी कई बार सुन चुके हैं असी ज्यादा समय इजाजत नहीं दे रहा प्रहलाद नूं इक्को ते पूरा भरोसा सी इसलिए उन्होंने हरनाकश का डर नहीं सी जिथे भरोसा उत्थे डर नहीं दोनों गल्लां नाल नाल चल रही ने जिथे भरोसा उत्थे डर आंदा ही नहीं हर राखियो हर शरणा फिर उन करतार ने अपनी झोली विच उन्होंने गलवकड़ी च लैके उन्होंने अपनी शरण विच ले आया हरनाकश कुछ नहीं कर सके कवन कवन की गत मित कहिए हर किए पवित्र पवन कहने जिन्नी मर्जी सी जिन्हें दी गल कर ली जिन्हां दे वास्ते कुछ नहीं सी जे टुटे हुए सी उन्होंने भी संभाल लिया मेरे करतार ने मेरे मालक ने
ਤੇ ਉਹਨਾਂ ਨੂੰ ਵੀ ਸੰਭਾਲ ਲਿਆ। ਗੁਰੂ ਮਹਾਰਾਜ ਕਹਿੰਦੇ ਨੇ ਸਾਨੂੰ ਬਾਰ-ਬਾਰ ਅਰਦਾਸ ਕਰਨ ਦੀ, ਇੱਕੋ ਇੱਕ ਮਨੁੱਖ ਇੱਕੋ ਚੀਜ਼ ਕਰ ਸਕਦਾ ਹੈ, ਜਾਂ ਨਾ ਬਣ ਕੇ ਅਰਦਾਸੀਆ ਬਣ ਸਕਦਾ ਹੈ। ਮਾਫੀ ਚਾਹਣਾ ਸਿਰਫ ਅਸੀਂ ਬਚਨ ਪਾਵਨ ਬਚਨਾਂ ਦਰਸ਼ਨ ਕਰਕੇ ਫਿਰ ਸਮਾਪਤੀ ਕਰਨੇ ਆ ਜੀ। ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਉਹਦੇ ਘਰ ਦਾ ਅਰਦਾਸੀਆ ਬਣ ਜਾ, नहीं तो कुछ नहीं मिलना। प्रभु कीजै कृपा निदान, हम हर गुण गावेंगे, हम तुमरी करो नित्य आस। प्रभु मोहे कब गल लावेंगे अंदर तांग रख। हर वक्त ओदी गलोकड़ी चाहन दी अरदासा कर, ओदी कृपा दी अरदासा कर। असी दुनियावी रंग तमाशी मंगदे रहने, असी दुनियावी चीजां तो ही परे नहीं हटदे। असी माया दे जिन्ने किरदार हैगे ने या जिन्ने रसकस ने उस तो ही परे नहीं हटते, तदी साडी मंगा विच भी हमेशा माया दी प्रेरिया हुई चीजां ही होंदियां ने। मंगना की प्रभु कीजे कृपा निदान, हम हर गुण गावेंगे, हर वक्त ओदे गुना दा गुणगान दी हर जस गान दी अरदास होनी चाहिए। आस अंदर इको चीज है, प्रभु मोहे कब गल लावेंगे, कद अपनी गलवकड़ी विच लेके जाओगे मेरे मालक। मैनू इन्नी कु अरदास बख्श, इन्नी कु मेरे ते मेहर कर, क्योंकि जिथे दुनियावी सारे सुखों का सोमा अपनी गलवकड़ी च ले लेगा, फिर बाकी सुखों की की होंद रह जाती है। अरदास समझाउंदी है सानू, हम बारक मुगत यान पिता समझावे साडा मां प्यो। जिस तरह बच्चे हर वक्त गलतियां करते रहते ने, पर पिता उन्होंने बार बार समझाता है, बार बार अपना प्यार नाल समझाता है। उस साई बच्चों का काम है गलती करना, पर ताना जे बच्चा अपने आप बच्चा मन्ने या ना मन्ने, जे पहले ही वड्डा बन बैठे तो पिता भी फिर अखा दिखाएगा। हम बारक मुगत यान समझ जाए कि मैनू कोई सियानप नहीं है, मैं आना पिता समझावेंगे सुत खिन खिन भूल बिगाड़। बार बार गलतियां करते ने बच्चे, जगत पित पावेंगे, पर वो फिर भी प्यार करता है। बार बार वो भूलनहारे बार बार प्यार करता है, गलवकड़ी विच लैंदा। जो हर स्वामी तुम दे सोई हम पावेंगे, जिस्सा रखेगा जिस्सा रखेगा उस तरह असीं रहांगे। ये अरदास है साडी। फिर चाहे सुख रुखी दे चाहे चोपड़ी दे, सब तेरा हुक्म। क्यों? क्योंकि मोहे दूजी नाही ठोर, जिस पे हम जावेंगे। इन्नी गल समझ आ जाए कि मैनू फिर होर कोई रास्ता ही नहीं, मेरे कोल कोई होर रास्ता ही नहीं, कोई टिकाना नहीं मेरा जिन्ने मैनू संभालना है। मेरा इको ही टिकाना है। जे ये गल मनुख नूं समझ आ जाए, फिर आधार इको होएगा, भरोसा इको होएगा। फिर एक क्लियर होएगा कि सिरजनहार राजक ते राखा इको है। फिर राखा एक हमारा स्वामी सगल कटा अंतरजामी। आपे गल समझ आ जानी है, फिर दूर दूर तक जान की लोड़ नहीं पैनी। मैं तान तिबान तू है मेरे स्वामी, मैं तुद आगे अरदास, मैं होर थाऊं नहीं, जिस पे करो बेनंती, मेरा दुख सुख तुझ ही पास। इन्हीं को अरदास हर वेले मन विच होनी चाहिए कि मेरे को कुछ है ही नहीं, मेरा तान भी तू, मेरा मान भी तू, मेरा सब कुछ तू है। मेरे को कोई होर टिकाना नहीं, मैं होर थाऊं नहीं, जिस पे करो बेनंती, मेरा दुख सुख। ये है भरोसा। साडे अंदर डर इसलिए है क्योंकि असी भरोसे तो मुनक्कर गए हैं। असी इसलिए मोहताज आ क्योंकि असी भरोसे तो मुकर गए हैं। असी सियाणपा वल टुर गए। चाहिए बारक की तरह, चाहिए याने की तरह रहना। गुरु महाराज बख्शिश कर। अज दे पावन बचना राही गुरु महाराज ने साडे ते बख्शिश की, सानू बार बार प्रेरणा दी, दृढ़ कराया कि वो सिरजनहार सबकी संभाल करने वाला है। इको आधार है, इको टेक है मनुख, और इको वसीला है मनुखा जीवन जिस तरह उस सिरजनहार की पछाण हो सकती है। इनू वेस्ट नहीं करना चाहिए, इसनू वेस्ट नहीं करना। होमे दे पट्टे पै के ये सफे जीवन ने यात्रा खराब नहीं करना। गुरु महाराज बख्शिश करें और रल मिल के गुरु घर दे अरदासीए बनिए, गुरु दे दर दे अरदासीए बनिए, जोदड़ी करिए और रल मिल के अरदास करिए। गुरा एक देह बुझाई सबना जिया का एक दाता, सो मैं विसर न जाइए। नीक अरदास।
गुरु महाराज जानी जानी बख्शनहार ने अनेकां भुल्लां चुक्का भेद दिया संगत दे चरनां विच खिमा दा जाचक जी आओ रल मिल के गुरु महाराज की बख्शी हुई प्यारी फतेह दी सांझ पाइए। वाहिगुरु जी का खालसा वाहिगुरु जी की फतेह।